ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 18 ਤੇ ਉੱਤੋਂ 3 ਪੰਕਤੀਆਂ ਛੱਡ ਕੇ ਹੈ। ਸ਼੍ਰੀ ਰਾਗ ਮਹਿਲਾ ਪਹਿਲਾ। ਭਲੀ ਸਰੀ ਜੇ ਉਭਰੀ ਹਉ ਮੈਂ ਮੂਈ ਕਰਾਹੂੰ। ਖਿਆਲ ਰੱਖਣਾ, ਜੇ ਤੋਂ ਜਾਂ ਵਿੱਚੋਂ ਦਾ ਅਰਥ ਹੋਵੇ ਫਿਰ ਹਾਹੇ 'ਤੇ ਟਿੱਪੀ ਲਾ ਕੇ ਬੋਲਣਾ। ਜਿਵੇਂ ਘਰੋਂ, ਸਕੂਲੋਂ, ਦਫ਼ਤਰੋਂ, ਇਸ ਕਰਕੇ ਫਿਰ ਇਹਨੂੰ ਟਿੱਪੀ ਲੱਗ ਕੇ ਬੋਲੇ। ਕਰਾਹੂੰ ਘਰ ਤੋਂ। ਭਲੀ ਸਰੀ ਜੇ ਉਭਰੀ ਹਉ ਮੈਂ ਮੂਈ ਕਰਾਹੂੰ। ਦੂਤ ਲੱਗੇ ਫਿਰ ਚਾਕਰੀ ਸਤਿਗੁਰ ਕਾ ਵਿਸਾਹ। ਹੁਣ ਕਿਉਂਕਿ ਨਿਯਮ ਹੈ ਕਿ ਭਾਵੇਂ ਕਿਰਿਆ ਨਾ ਵੀ ਹੋਵੇ, ਜਿਹੜਾ ਹੈ ਸ਼ਬਦ ਨਾਮ ਹੋਵੇ, ਪੜਨਾਮ ਹੋਵੇ, ਵਿਸ਼ੇਸ਼ਣ ਹੋਵੇ, ਪਰ ਕਈ ਵਾਰੀ ਤੁਕਾਂਤ ਮਿਲਾਉਣ ਲਈ ਹਾਹੇ ਨੂੰ ਔਂਕੜ ਬੋਲਣਾ ਚਾਹੀਦਾ ਹੈ। ਕਰਾਹੂੰ ਹਾਹੇ ਤੋਂ ਔਂਕੜ ਤੋਂ ਬਿਨਾਂ ਨਹੀਂ ਬੋਲਿਆ ਜਾ ਸਕਦਾ। ਕਰਾਹੂੰ ਹਾਹੇ ਨੂੰ ਔਂਕੜ ਬੋਲਣਾ ਹੀ ਬੋਲਣਾ ਹੈ। ਇਸ ਕਰਕੇ ਵਿਸਾਹ ਜੇ ਪੜ੍ਹਾਂਗੇ ਆਪਾਂ, ਇੱਕ ਪੜ੍ਹਤਾ ਕਰਾਹੂੰ, ਦੂਜਾ ਵਿਸਾਹ ਪੜ੍ਹਤਾ, ਇਹ ਫਿਰ ਤੁਕਾਂਤ ਨਹੀਂ ਮਿਲਦਾ। ਤੁਕਾਂਤ ਦਾ ਮਤਲਬ ਤੁਕ ਅੰਤ, ਲਾਈਨ ਦਾ ਅੰਤਲਾ ਜਿਹੜਾ ਸ਼ਬਦ ਹੈ ਉਹ ਆਪਸ ਵਿੱਚ ਮਿਲਣੇ ਹੀ ਚਾਹੀਦੇ ਨੇ। ਕਰਾਹੂੰ ਫਿਰ ਵਿਸਾਹੋ, ਇਸ ਤਰ੍ਹਾਂ ਪੜ੍ਹਨਾ। ਦੂਤ ਲੱਗੇ ਫਿਰ ਚਾਕਰੀ ਸਤਿਗੁਰ ਕਾ ਵਿਸਾਹੋ। ਕਲਪ ਤਿਆਗੀ ਬਾਦ ਹੈ ਸੱਚਾ ਵੇ ਪ੍ਰਵਾਹੋ। ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਭਲੀ ਸਰੀ ਭਲਾ ਹੋਇਆ। ਭਲੀ ਸਰੀ ਜੇ ਉਭਰੀ ਹਉ ਮੈਂ ਮੂਈ ਕਰਾਹੂੰ। ਘਰ ਵਿੱਚੋਂ ਭਾਵ ਮਨ ਵਿੱਚੋਂ। ਭਲਾ ਹੋਇਆ ਮਨ ਵਿੱਚੋਂ ਹਉਮੈ ਮਰ ਗਈ ਹੈ ਅਤੇ ਮੈਂ ਬਚ ਗਈ ਹਾਂ। ਸਰੀ ਮਤਲਬ ਹੋਇਆ? ਹਾਂਜੀ, ਸਰੀ ਸਰੀ, ਹਾਂ ਹੋਇਆ, ਭਲਾ ਹੋਇਆ ਵੀ ਭਲੀ ਗੱਲ ਹੋਈ ਹੈ। ਮਨ ਦੇ ਅੰਦਰੋਂ ਹਉਮੈ ਮਰ ਗਈ ਹੈ, ਇਸ ਕਰਕੇ ਮੈਂ ਵਿਕਾਰਾਂ ਦੇ ਵਿੱਚ ਡੁੱਬਦੀ ਜਾ ਰਹੀ ਸੀ। ਭਲਾ ਹੋਇਆ ਮੇਰੇ ਅੰਦਰੋਂ ਹਉਮੈ ਮਰ ਗਈ ਹੈ ਅਤੇ ਮੈਂ ਬਚ ਗਈ। ਦੂਤ ਲੱਗੇ ਫਿਰ ਚਾਕਰੀ ਸਤਿਗੁਰ ਕਾ ਵਿਸਾਹ। ਗੁਰੂ 'ਤੇ ਵਿਸ਼ਵਾਸ ਹੋਣ ਕਾਰਨ, ਭਰੋਸਾ ਹੋਣ ਕਾਰਨ ਜਿਹੜੇ ਦੂਤ ਸਨ ਉਹ ਹੁਣ ਮੇਰੀ ਸੇਵਾ ਕਰਨ ਲੱਗ ਗਏ। ਬੁਰਾਈਆਂ ਅੰਦਰੋਂ ਖਤਮ ਹੋ ਗਈਆਂ ਨੇ। ਜਿਹੜੇ ਮੈਨੂੰ ਡਰਾਉਂਦੇ ਸਨ, ਦੁਖੀ ਕਰਦੇ ਸਨ, ਉਹ ਹੁਣ ਸੇਵਾ ਕਰਨ ਲੱਗ ਪਏ ਮੇਰੀ। ਦੂਤ ਲੱਗੇ ਫਿਰ ਚਾਕਰੀ ਸਤਿਗੁਰ ਕਾ ਵਿਸਾਹ। ਗੁਰੂ 'ਤੇ ਵਿਸ਼ਵਾਸ ਹੋਣ ਕਾਰਨ ਹੁਣ ਜਿਹੜੇ ਦੂਤ ਨੇ ਮੇਰੀ ਸੇਵਾ ਕਰਦੇ। ਭੈੜਿਆਂ ਨੂੰ ਦੂਤ ਕਹਿੰਦੇ। ਹੁਣ ਜੇ ਦੂਤ ਦਾ ਮਤਲਬ ਹੁੰਦਾ ਸੁਨੇਹਾ ਲੈ ਕੇ ਜਾਣ ਵਾਲਾ, ਜਾਮ ਦੂਤ। ਜਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਪਾਪ ਬੁਰਾਈਆਂ ਤੋਂ ਹੈ। ਉਹੀ ਜਿਹੜੀ ਚੀਜ਼ਾਂ ਮੈਨੂੰ ਤੰਗ ਕਰਦੀਆਂ ਸਨ ਉਹੀ ਹੁਣ ਮੇਰੀ ਸੇਵਾ ਕਰਦੀਆਂ ਨੇ। ਜਿਹੜੇ ਦੂਤ ਮੈਨੂੰ ਤੰਗ ਕਰਿਆ ਕਰਦੇ ਸਨ, ਕਹਿੰਦੇ ਹੁਣ ਮੇਰੀ ਸੇਵਾ 'ਤੇ ਲੱਗ ਗਏ ਨੇ। ਕਿਉਂ? ਅੰਦਰੋਂ ਹਉਮੈ ਮਰ ਗਈ ਹੈ, ਅੰਦਰ ਨਾਮ ਦਾ ਪ੍ਰਕਾਸ਼ ਹੋ ਗਿਆ ਹੈ, ਗੁਰੂ 'ਤੇ ਵਿਸ਼ਵਾਸ ਹੈ। ਇਸ ਲਈ ਉਹ ਹੁਣ ਜਿਹੜੇ ਮੇਰੇ ਵਿਰੋਧੀ ਸਨ, ਜਿਹੜੇ ਮੈਨੂੰ ਤੰਗ ਕਰਦੇ ਸਨ, ਉਹ ਹੁਣ ਮੇਰੀ ਸੇਵਾ 'ਤੇ ਹੋ ਗਏ ਨੇ। ਕਲਪ ਤਿਆਗੀ ਬਾਦ ਹੈ ਸੱਚਾ ਵੇ ਪ੍ਰਵਾਹ। ਹੁਣ ਕਿਉਂਕਿ ਪਰਮਾਤਮਾ ਜੋ ਸਦਾ ਰਹਿਣ ਵਾਲਾ ਹੈ ਅਤੇ ਜੋ ਬੇਪਰਵਾਹ ਹੈ, ਅੰਦਰੋਂ ਹਉਮੈ ਖਤਮ ਹੋਣ ਕਾਰਨ ਉਹ ਪ੍ਰਗਟ ਹੋ ਗਿਆ ਹੈ।
ਇਸ ਲਈ ਮੈਂ ਹੁਣ ਵਿਅਰਥ ਦੀ ਬਾਅਦ ਵਿਅਰਥ ਦੀ ਕਲਪਨਾ ਤਿਆਗ ਦਿੱਤੀ ਹੈ। ਪਹਿਲਾਂ ਮੇਰਾ ਮਨ ਕਲਪਦਾ ਰਹਿੰਦਾ ਸੀ, ਹੁਣ ਮੈਂ ਉਹ ਕਲਪਨਾ ਤਿਆਗ ਦਿੱਤੀ ਹੈ। ਮਨ ਆਪੇ ਹੀ ਸ਼ਾਂਤ ਹੋ ਗਿਆ, ਕਿਉਂਕਿ ਜਿੰਨਾ ਚਿਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ, ਇਹ ਬੰਦਾ ਕਲਪਦਾ ਹੀ ਰਹਿੰਦਾ ਹੈ। ਜਦੋਂ ਪ੍ਰਾਪਤੀ ਹੋ ਜਾਂਦੀ ਹੈ, ਫਿਰ ਇਹ ਸਮਤੋਲ ਹੋ ਜਾਂਦਾ ਹੈ। ਫਿਰ ਦੁੱਖ ਹੋ ਸੁੱਖ ਹੋ, ਅੰਦਰੋਂ ਅਡੋਲ ਰਹਿੰਦਾ ਹੈ। ਭਾਵੇਂ ਪਰਮਾਤਮਾ ਦੀ ਪ੍ਰਾਪਤੀ ਹੋ ਜਾਏ, ਪਰ ਦੁੱਖ ਸੁੱਖ ਜਿਹੜੇ ਲਿਖੇ ਨੇ, ਲਿਖ ਕੇ ਜਿਹੜੇ ਪਰਮਾਤਮਾ ਨੇ ਭੇਜੇ ਨੇ, ਉਹ ਆਉਣੇ ਹੀ ਆਉਣੇ ਨੇ। ਸਿਰਫ ਉਸ ਬੰਦੇ ਦੇ ਅੰਦਰ ਸਹਿਣ ਸ਼ਕਤੀ ਵੱਧ ਜਾਂਦੀ ਹੈ। ਉਹ ਵੱਡੇ ਵੱਡੇ ਦੁੱਖਾਂ ਨੂੰ ਸਹਿ ਲੈਂਦਾ ਹੈ। ਆਮ ਬੰਦਾ ਹੌਸਲਾ ਛੱਡ ਜਾਂਦਾ ਦੁੱਖਾਂ 'ਚ। ਕਈ ਆਤਮ ਹੱਤਿਆ ਕਰਨ ਤੱਕ ਜਾਂਦੇ ਹਨ, ਪਰ ਜਦੋਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਫਿਰ ਮਨੁੱਖ ਅਡੋਲ ਹੋ ਜਾਂਦਾ ਹੈ। ਫਿਰ ਦੁੱਖ ਹੋ ਸੁੱਖ ਹੋ, ਉਹ ਇਕਸਾਰ ਰਹਿੰਦਾ ਹੈ। ਇਸ ਲਈ ਕਹਿੰਦੇ ਮੈਂ ਉਦੋਂ ਦੀ ਕਲਪਨਾ ਜਿਹੜੀ ਸੀ ਉਹ ਤਿਆਗ ਦਿੱਤੀ ਹੈ। ਮਨ ਰੇ ਸੱਚ ਮਿਲੇ ਭਉ ਜਾਏ। ਹੇ ਮਨਾ, ਜਦੋਂ ਪਰਮਾਤਮਾ ਸੱਚ ਪਰਮਾਤਮਾ, ਜਦੋਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਭਉ ਜਾਏ, ਇਹ ਸੰਸਾਰਕ ਡਰ ਖਤਮ ਹੋ ਜਾਂਦਾ ਹੈ। ਸੰਸਾਰਕ ਡਰ ਸਾਨੂੰ ਓਨਾ ਚਿਰ ਹੀ ਹੈ ਜਿੰਨਾ ਚਿਰ ਪਰਮਾਤਮਾ ਨਹੀਂ ਮਿਲਦਾ। ਇਹ ਡਰ ਕਾਇਮ ਰਹਿੰਦਾ ਹੈ। ਪੈਰ ਪੈਰ 'ਤੇ ਸਾਨੂੰ ਡਰ ਲੱਗਦਾ ਹੈ। ਸਫ਼ਰ 'ਤੇ ਜਾ ਰਹੇ ਤਾਂ ਵੀ ਡਰਦੇ ਹਾਂ ਕਿਤੇ ਐਕਸੀਡੈਂਟ ਨਾ ਹੋ ਜਾਏ, ਰਾਤ ਪੈ ਕੋਈ ਲੁੱਟ ਖੋਹ ਨਾ ਹੋ ਜਾਏ। ਇਹ ਮਨੁੱਖ ਥਾਂ ਥਾਂ 'ਤੇ ਡਰਦਾ ਹੈ। ਪਰ ਜਦੋਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਫਿਰ ਇਹ ਸੰਸਾਰਕ ਭਾਵ ਖਤਮ ਹੋ ਜਾਂਦਾ। ਭੈ ਬਿਨ ਨਿਰਭਉ ਕਿਉਂ ਥੀਏ, ਗੁਰਮੁਖ ਸ਼ਬਦ ਸਮਾਏ। ਰੱਬੀ ਭੈ ਤੋਂ ਬਿਨਾਂ, ਰੱਬੀ ਡਰ ਤੋਂ ਬਿਨਾਂ ਮਨੁੱਖ ਨਿਰਭਉ ਨਹੀਂ ਹੋ ਸਕਦਾ। ਜਦੋਂ ਮਨੁੱਖ ਪਰਮਾਤਮਾ ਦੇ ਡਰ 'ਚ ਆਉਂਦਾ, ਫਿਰ ਉਹ ਸੰਸਾਰ ਦਾ ਡਰ ਖਤਮ ਹੋ ਜਾਂਦਾ। ਬਾਣੀ ਕਹਿੰਦੀ ਹੈ ਵੀ ਜਿਹੜਾ ਬੰਦਾ ਰੱਬ ਤੋਂ ਡਰਦਾ, ਉਹ ਕਿਸੇ ਤੋਂ ਨਹੀਂ ਡਰਦਾ। ਪਰ ਜਿਹੜਾ ਰੱਬ ਤੋਂ ਨਹੀਂ ਡਰਦਾ, ਉਹ ਧਿਰ ਧਿਰ ਤੋਂ ਡਰਦਾ। ਸੋ ਇਸ ਲਈ ਭੈ ਤੋਂ ਬਿਨਾਂ, ਰੱਬੀ ਡਰ ਤੋਂ ਬਿਨਾਂ ਨਿਰਭਉ ਕਿਉਂ ਥੀ ਹੈ। ਮਨੁੱਖ ਕਿਵੇਂ ਨਿਰਭਉ ਹੋ ਸਕਦਾ ਹੈ। ਗੁਰਮੁਖ ਸ਼ਬਦ ਸਮਾਏ। ਗੁਰੂ ਰਾਹੀਂ ਜਿਹੜਾ ਫਿਰ ਸ਼ਬਦ ਮਿਲਿਆ, ਉਸ ਸ਼ਬਦ ਦੇ ਰਾਹੀਂ ਮਨੁੱਖ ਪਰਮਾਤਮਾ ਦੇ ਵਿੱਚ ਸਮਾ ਜਾਂਦਾ, ਲੀਨ ਹੋ ਜਾਂਦਾ। ਗੁਰੂ ਸਾਨੂੰ ਸ਼ਬਦ ਦਿੰਦਾ ਹੈ, ਗੁਰਮੰਤਰ ਦਿੰਦਾ ਹੈ। ਫਿਰ ਆਪਾਂ ਉਸ ਦੀ ਕਮਾਈ ਕਰਦੇ ਹਾਂ। ਫਿਰ ਸਮਾਂ ਪਾ ਕੇ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੇ। ਗੁਰਮੰਤਰ ਮਿਲੇ ਹੀ ਇਸੇ ਲਈ ਹੈ ਕਿ ਅਸੀਂ ਗੁਰਮੰਤਰ ਦਾ ਜਾਪ ਕਰਦੇ 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 ਪਰਮਾਤਮਾ ਵਰਗੇ ਅੰਦਰ ਹੋ ਜਾਈਏ। ਬਾਹਰੋਂ ਤਾਂ ਅਸੀਂ ਇਨਸਾਨ ਰਹਿਣਾ। ਪਰਮਾਤਮਾ ਇੱਕ ਸ਼ਕਤੀ ਹੈ, ਉਹ ਵਿਅਕਤੀ ਨਹੀਂ ਹੈ। ਉਹਦਾ ਨਾਮ ਜਪਦਿਆਂ ਜਪਦਿਆਂ ਉਹਦੇ ਵਾਲੇ ਗੁਣ ਆਪਣੇ ਆਪ ਹੀ ਸਾਡੇ 'ਚ ਪ੍ਰਵੇਸ਼ ਹੁੰਦੇ ਰਹਿੰਦੇ ਨੇ। ਜੈਸਾ ਸੇਵੈ ਤੈਸੋ ਹੋਵੇ। ਸੋ ਜਿਹੋ ਜਿਹਨੂੰ ਤੁਸੀਂ ਯਾਦ ਕਰਦੇ ਰਹੋਗੇ ਕਰਦੇ ਰਹੋਗੇ ਕਰਦੇ ਰਹੋਗੇ, ਹੌਲੀ ਹੌਲੀ ਉਹਦੇ ਵਰਗੇ ਹੋ ਜਾਓਗੇ। ਗੁਰਮੰਤਰ ਹੈ ਇਸ ਲਈ ਹੈ ਕਿ ਗੁਰਮੰਤਰ ਦਾ ਜਾਪ ਕਰਦਿਆਂ 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 ਬੰਦਾ ਵਾਹਿਗੁਰੂ ਵਰਗਾ ਹੋ ਜਾਂਦਾ। ਜਦੋਂ ਉਹਦੇ ਵਰਗਾ ਹੋ ਜਾਂਦਾ, ਫਿਰ ਉਹਦੇ ਨਾਲ ਮੇਲ ਹੋ ਜਾਂਦਾ। ਗੁਰਮੁਖ ਸ਼ਬਦ ਸਮਾਏ। ਗੁਰੂ ਦੇ ਦਿੱਤੇ ਸ਼ਬਦ ਰਾਹੀਂ ਫਿਰ ਮਨੁੱਖ ਪਰਮਾਤਮਾ ਦੇ ਵਿੱਚ ਸਮਾ ਜਾਂਦਾ ਹੈ। ਰਹਾਉ। ਇਹ ਜਿਹੜਾ ਕੀਰਤਨੀਏ ਨੇ ਨਾ, ਉਹਨਾਂ ਲਈ ਹੈ ਕਿ ਰਹਾਉ ਤੋਂ ਜਿਹੜੀ ਪਹਿਲੀ ਪੰਕਤੀ ਹੈ, ਰਹਾਉ ਤੋਂ ਪਹਿਲਾਂ ਵੀ ਏਕਾ ਲਿਖਿਆ, ਅਤੇ ਜਿੱਥੇ ਪੰਕਤੀਆਂ ਸ਼ੁਰੂ ਹੋਈਆਂ ਉੱਥੇ ਵੀ ਏਕਾ ਲਿਖਿਆ। ਏਕੇ ਤੋਂ ਦੂਜੇ ਏਕੇ ਦੇ ਵਿਚਾਲੇ ਜਿਹੜੀ ਦੋ ਲਾਈਨਾਂ ਨੇ, ਇਹ ਰਹਾਉ ਦੀਆਂ ਨੇ। ਇਸ ਦੇ ਵਿੱਚ ਸਾਰੇ ਸ਼ਬਦ ਦਾ ਤੱਤ ਸਾਰ ਹੁੰਦਾ ਹੈ। ਅਤੇ ਬਈ ਕਈ ਵਾਰੀ ਕੀਰਤਨੀਏ ਰਹਾਉ ਨੂੰ ਟੇਕ ਬਣਾਉਂਦੇ ਨੇ। ਇੱਕ ਅੰਤਰਾ ਹੁੰਦਾ, ਇੱਕ ਟੇਕ ਹੁੰਦੀ।
ਟੇਕ ਦੇ ਵਿੱਚ ਸਹਿਜ ਸੁਭਾਅ ਗਾਇਆ ਜਾਂਦਾ ਹੈ, ਅੰਤਰੇ ਦੇ ਵਿੱਚ ਆਵਾਜ਼ ਉੱਪਰ ਨੂੰ ਚੱਕੀ ਜਾਂਦੀ ਹੈ। ਸੋ ਜਦੋਂ ਅੰਤਰੇ ਵਾਲੀਆਂ 2 ਲਾਈਨਾਂ ਖਤਮ ਹੋ ਜਾਂਦੀਆਂ, ਫਿਰ ਟੇਕ 'ਤੇ ਆ ਜਾਂਦੀ ਕੀਰਤਨੀ। ਇੱਕ ਦੋ ਵਾਰੀ ਉਹ ਟੇਕ ਵਾਲੀਆਂ ਲਾਈਨਾਂ ਬੋਲਦੇ ਨੇ, ਫਿਰ ਅਗਲੇ ਅੰਤਰੇ 'ਤੇ ਆ ਜਾਂਦੇ ਨੇ। ਇਸ ਤਰ੍ਹਾਂ ਕੀਰਤਨ ਹੁੰਦਾ ਰਹਿੰਦਾ ਹੈ। ਅੱਗੇ ਗੁਰੂ ਮਹਾਰਾਜ ਕਹਿੰਦੇ, ਕੇਤਾ ਆਖਣ ਆਖੀਐ ਆਖਣ ਤੋਟ ਨਾ ਹੋਏ, ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਇ। ਪਰਮਾਤਮਾ ਦੀ ਦਾਤਾਂ ਬਾਰੇ ਕਿੰਨੇ ਹੀ ਕਹੀ ਜਾਈਏ, ਉਹਦੀਆਂ ਦਾਤਾਂ 'ਚ ਆਖਣ ਨਾਲ ਤੋਟ ਨਹੀਂ ਹੁੰਦੀ, ਕਹਿਣ ਨਾਲ ਕੋਈ ਕਮੀ ਨਹੀਂ ਹੁੰਦੀ। ਜਿੰਨਾ ਮਰਜ਼ੀ ਕਹੀ ਜਾਈਏ, ਕਿਉਂ? ਉਹ ਓਡਾ ਹੀ ਵੱਡਾ ਹੋ ਜਾਂਦਾ। ਨਾ ਉਹ ਮੁੱਕੇ ਅਤੇ ਨਾ ਉਹਦੀਆਂ ਦਾਤਾਂ ਮੁੱਕਣ। ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਇ। ਮੰਗਣ ਵਾਲੇ ਤਾਂ ਬਹੁਤ ਨੇ, ਕੇਤੜੇ ਪਤਾ ਨਹੀਂ ਕਿੰਨੇ ਕੁ ਨੇ। ਮੰਗਣ ਵਾਲੇ ਤਾਂ ਕਿਤਨੇ ਹੀ ਨੇ, ਪਰ ਦਾਤਾ ਇੱਕੋ ਹੀ ਹੈ। ਤਾਂ ਹੀ ਗੁਰਬਾਣੀ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ। ਦਾਤਾ ਇੱਕੋ ਹੀ ਹੈ ਅਤੇ ਉਹ ਪਰਮਾਤਮਾ ਹੈ। ਬਾਕੀ ਸਾਰੇ ਮੰਗਤੇ ਹਨ। ਹਾਂ, ਉਹ ਵਿਅਕਤੀ ਜਿਹੜੇ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦੇ ਹਨ, ਉਹ ਫਿਰ ਪਰਮਾਤਮਾ ਵਰਗੇ ਹੋ ਗਏ, ਉਹ ਵੀ ਦਾਤੇ ਹੋ ਜਾਂਦੇ ਨੇ। ਗੁਰੂ ਅਤੇ ਸੰਤ ਮਹਾਤਮਾ ਵੀ ਦਾਤੇ ਹੁੰਦੇ ਨੇ, ਕਿਉਂਕਿ ਗੁਰੂ ਨੇ ਵੀ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਹੁੰਦਾ ਅਤੇ ਸੰਤਾਂ ਨੇ ਵੀ ਕਰ ਲਿਆ ਹੁੰਦਾ। ਸਾਡੇ 'ਚ ਕੋਈ ਵੀ ਜਿੱਦੇ ਪਰਮਾਤਮਾ ਨੂੰ ਪ੍ਰਾਪਤ ਕਰ ਲਏਗਾ, ਅਸੀਂ ਵੀ ਦਾਤੇ ਹੋ ਜਾਵਾਂਗੇ। ਦੁਨੀਆ ਸਾਡੇ ਤੋਂ ਮੰਗਣ ਆਇਆ ਕਰੇਗੀ। ਨਾਮ ਬਾਣੀ 'ਚ ਇੰਨੀ ਤਾਕਤ ਹੈ, ਮੰਗਤੇ ਨੂੰ ਵੀ ਇਹ ਨਾਮ ਬਣਾ ਸਕਦੀ, ਦਾਤਾ ਬਣਾ ਸਕਦੀ ਹੈ। ਅੱਜ ਕੋਈ ਬੰਦਾ ਮੰਗਤਾ ਹੈ, ਅਗਰ ਨਾਮ ਜਪੀ ਜਾਂਦਾ, ਦਿਨ ਰਾਤ ਜਪੀ ਜਾਂਦਾ, ਜਪੀ ਜਾਂਦਾ, ਜਪੀ ਜਾਂਦਾ, ਜਪੀ ਜਾਂਦਾ, ਕੀ ਹੋਏਗਾ? ਉਸ ਨੂੰ ਸਿੱਧੀ ਪ੍ਰਾਪਤ ਹੋ ਜਾਏਗੀ। ਜਿਉਂ ਹੀ ਕੋਈ ਉਹਨੂੰ ਸਿੱਧੀ ਪ੍ਰਾਪਤ ਹੋਏਗੀ, ਉਦੋਂ ਹੀ ਉਹ ਦਾਤਾ ਹੋ ਜਾਏਗਾ। ਲੋਕ ਉਸ ਤੋਂ ਆਪਣੇ ਕੰਮ ਕਰਾਉਣ ਲਈ ਆਉਣਾ ਸ਼ੁਰੂ ਕਰ ਦੇਣਗੇ, ਦਾਤਾ ਹੋ ਗਿਆ। ਅਤੇ ਜਿੱਦੇ ਨਾਮ ਜਪਦਾ ਜਪਦਾ ਰੱਬ ਨੂੰ ਪ੍ਰਾਪਤ ਕਰ ਲਏਗਾ, ਉਹਦੇ ਫਿਰ ਰੱਬ ਵਰਗਾ ਦਾਤਾ ਹੋ ਜਾਏਗਾ। ਇਹ ਤਾਂ ਅਸੀਂ ਹਿੰਮਤ ਹੀ ਨਹੀਂ ਕਰਦੇ। ਪਹਿਲਾਂ ਸਾਨੂੰ ਵਿਸ਼ਵਾਸ ਨਹੀਂ ਆਉਂਦਾ। ਮੰਗਤਾ ਕਿੱਥੋਂ ਦਾਤਾ ਹੋ ਜਾਏਗਾ ਜੀ? ਸਾਡੀ ਕਿਸਮਤ ਕਿੱਥੇ ਜੀ ਅਸੀਂ ਦਾਤੇ ਹੋ ਜਾਈਏ ਜੀ? ਇਹੀ ਕਹਿ ਕੇ ਟਾਲ ਟੋਲ ਦਿੰਦੇ ਬੰਦੇ। ਸਾਡੇ ਭਾਗਾਂ 'ਚ ਕਿੱਥੇ ਜੀ? ਸਾਡੇ ਐਡੇ ਭਾਗ ਕਿੱਥੇ ਜੀ? ਚਲ ਨਹੀਂ ਤੇ ਬਣਾ ਲਓ। ਇੱਦਾਂ ਨਹੀਂ ਪਰਮਾਤਮਾ ਕਹਿੰਦੇ ਕਿ ਤੁਸੀਂ ਭਾਗ ਨਹੀਂ ਬਣਾ ਸਕਦੇ। ਅਸੀਂ ਆਪਣੀ ਕਿਸਮਤ ਬਦਲ ਸਕਦੇ ਹਾਂ, ਚੰਗੀ ਤੋਂ ਮਾੜੀ ਅਤੇ ਮਾੜੀ ਤੋਂ ਚੰਗੀ ਵੀ ਬਣਾ ਸਕਦੇ ਹਾਂ। ਕਿਸੇ ਦੀ ਕਿਸਮਤ ਚੰਗੀ ਹੈ, ਹੁਣ ਉਸ ਨੂੰ ਮਾੜੀ ਬਣਾਉਣਾ, ਪੁੱਠੇ ਕੰਮ ਕਰਨ ਲੱਗ ਜਾ, ਪੁੱਠੇ ਕੰਮ ਕਰਨ ਲੱਗ ਜਾ। ਸਰਕਾਰ ਫੜ ਕੇ ਜੇਲ੍ਹ 'ਚ ਡੱਕ ਦੇ ਗਏ ਨਾ, ਮੈਂ ਹੋ ਗਈ ਨਹੀਂ ਮਾੜੀ ਕਿਸਮਤ ਸ਼ੁਰੂ। ਮਾੜੀ ਹੈ, ਉਸ ਨੂੰ ਨਾਮ ਜਪ ਜਪ ਕੇ, ਸ਼ੁਭ ਕਰਮ ਕਰਕੇ, ਨਾਮ ਜਪ ਜਪ ਕੇ ਤੁਸੀਂ ਉਸਨੂੰ ਚੰਗੀ ਬਣਾ ਸਕਦੇ ਹੋ। ਗੱਲ ਤਾਂ ਹਿੰਮਤ ਦੀ ਹੈ, ਗੱਲ ਤਾਂ ਵਿਸ਼ਵਾਸ ਦੀ ਹੈ, ਗੱਲ ਤਾਂ ਦ੍ਰਿੜ ਇਰਾਦੇ ਦੀ ਹੈ, ਗੱਲ ਤਾਂ ਮਿਹਨਤ ਦੀ ਹੈ। ਅਗਰ ਬੰਦਾ ਦ੍ਰਿੜ ਇਰਾਦਾ ਕਰ ਲਏ ਅਤੇ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਚੱਲ ਪਏ, ਸ਼ੁਭ ਕਰਮ ਕਰਦਾ ਜਾਏ, ਦਿਨ ਰਾਤ ਨਾਮ ਦਾ ਜਪਦਾ ਜਾਏ, ਇੱਕ ਦਿਨ ਉਹ ਵੀ ਦਾਤਾ ਹੋ ਜਾਏਗਾ। ਉਹ ਵੀ ਦਾਤਾ ਹੋ ਜਾਏਗਾ। ਇੱਕ ਮੰਗਤਾ ਵੀ ਦਾਤਾ ਹੋ ਸਕਦਾ ਹੈ। ਇਹ ਪ੍ਰੋਵੀਜ਼ਨ ਰੱਖੀ ਹੈ ਗੁਰਬਾਣੀ। ਇਹ ਨਹੀਂ ਕਿ ਦਾਤਾ ਦਾਤਾ ਹੀ ਪੈਦਾ ਹੋਏਗਾ ਅਤੇ ਮੰਗਤਾ ਮੰਗਤਾ ਹੀ ਪੈਦਾ ਹੋਏਗਾ। ਇਹ ਨਹੀਂ ਕਿ ਬ੍ਰਾਹਮਣ ਦੇ ਘਰ ਬ੍ਰਾਹਮਣ ਹੀ ਪੈਦਾ ਹੋਵੇਗਾ ਅਤੇ ਖੱਤਰੀ ਦੇ ਘਰ ਖੱਤਰੀ ਹੀ ਪੈਦਾ ਹੋਵੇਗਾ। ਨਹੀਂ, ਅਗਰ ਕੋਈ ਮੰਗਤਾ ਹੈ, ਉਹ ਵੀ ਦਾਤਾ ਨਾਮ ਜਪ 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 ਕੇ ਹੋ ਸਕਦਾ ਹੈ। ਇਹ ਨਹੀਂ ਕਿ ਹੋ ਨਹੀਂ ਸਕਦਾ। ਅਤੇ ਮਿਹਨਤ ਤਾਂ ਹਰ ਪਾਸੇ ਕਰਨੀ ਪੈਂਦੀ, ਥੁੱਕੀ ਬੜੇ ਤੇ ਪੱਕਦੇ ਨੇ। ਇੰਗਲਿਸ਼ ਕਹਿੰਦੇ, ਰੋਮ ਵਾਜ਼ ਨਾਟ ਬਿਲਟ ਇਨ ਏ ਡੇ,
ਇਟਲੀ ਦੀ ਰਾਜਧਾਨੀ ਰੋਮ ਹੈ। ਕਹਿੰਦੇ ਰੋਮ ਸ਼ਹਿਰ ਇੱਕ ਦਿਨ 'ਚ ਨਹੀਂ ਸੀ ਬਸ ਬਣ ਗਿਆ, ਟਾਈਮ ਲੱਗਾ ਸੀ। ਹਰ ਇੱਕ ਚੀਜ਼ ਨੂੰ ਸਮਾਂ ਲੱਗਦਾ ਹੈ। ਹਾਂ, ਨਾਲ ਜੇ ਗੁਰੂ ਮਹਾਰਾਜ ਕਿਰਪਾ ਕਰ ਦੇਣ ਫਿਰ ਉਹ ਛੇਤੀ ਗੱਲ ਬਣ ਜਾਂਦੀ ਹੈ। ਕਿਉਂਕਿ ਸਿੱਖ ਜਦੋਂ ਵੀ ਤੁਰਦਾ ਹਉਂ ਵਿੱਚ ਆ ਕੇ ਨਹੀਂ ਤੁਰਦਾ, ਉਹ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਕੰਮ ਸ਼ੁਰੂ ਕਰਦਾ ਹੈ। ਆਪਾਂ ਅਰਦਾਸ ਕਰਕੇ ਸ਼ੁਰੂ ਕਰਦੇ ਨਾ, ਜਾਂ ਕਿਸੇ ਤੋਂ ਅਰਦਾਸ ਕਰਾ ਲੈਂਦੇ ਹਾਂ, ਆਪਾਂ ਕੋਈ ਪਹਿਲਾਂ ਪਾਠ ਕਰਾ ਲੈਂਦੇ ਹਾਂ, ਓਟ ਆਸਰਾ ਲੈ ਕੇ ਚੱਲਦੇ ਹਾਂ। ਇਸ ਲਈ ਲਗਾਤਾਰ ਗੁਰੂ ਦਾ ਓਟ ਆਸਰਾ ਲੈ ਕੇ ਚੱਲਣਾ ਅਤੇ ਲੱਗੇ ਰਹਿਣਾ। ਇਹ ਨਹੀਂ ਕਹਿਣਾ ਪਤਾ ਨਹੀਂ ਸਾਡੇ ਭਾਗਾਂ 'ਚ ਹੈ ਕਿ ਨਹੀਂ ਹੈ, ਇਸ ਤਰ੍ਹਾਂ ਨਹੀਂ ਕਹਿਣਾ, ਫਿਰ ਤੁਸੀਂ ਦੋ ਚਿੱਤੀ 'ਚ ਹੋ ਜਾਓਗੇ। ਜਦੋਂ ਬੰਦਾ ਦੋ ਚਿੱਤੀ 'ਚ ਹੋ ਜਾਂਦਾ ਤਾਂ ਗੁਰਬਾਣੀ ਨਾ ਮਾਇਆ ਮਿਲੀ ਨਾ ਰਾਮ, ਨਾ ਮਾਇਆ ਮਿਲੀ ਨਾ ਰਾਮ ਮਿਲੇ, ਕਿਉਂਕਿ ਦੋ ਚਿੱਤੀ 'ਚ ਹੋ ਗਏ, ਇੱਕ ਪਾਸੇ ਨਹੀਂ ਲੱਗਾ। ਜਾਂ ਤਾਂ ਮਾਇਆ ਵਾਲੇ ਪਾਸੇ ਹੀ ਲੱਗ ਜਾਓ, ਦਿਨ ਰਾਤ ਵੀ ਮਾਇਆ ਕਮਾਣੀ ਹੈ, ਕਮਾ ਲਓਗੇ, ਅਤੇ ਜਾਂ ਫਿਰ ਰੱਬ ਪਾਸੇ ਲੱਗ ਜਾਓ। ਜੇ ਮਾਇਆ ਵਾਲੇ ਪਾਸੇ ਲੱਗੋਗੇ ਸਿਰਫ ਤਾਂ ਤੁਹਾਨੂੰ ਮਾਇਆ ਮਿਲੇਗੀ, ਰੱਬ ਨਹੀਂ ਮਿਲੇਗਾ। ਪਰ ਜੇ ਤੁਸੀਂ ਰੱਬ ਵਾਲੇ ਪਾਸੇ ਲੱਗੋਗੇ ਤਾਂ ਤੁਹਾਨੂੰ ਰੱਬ ਵੀ ਮਿਲੇਗਾ ਅਤੇ ਮਾਇਆ ਵੀ ਮਿਲੇਗੀ। ਫੈਸਲਾ ਹੁਣ ਤੁਸੀਂ ਕਰਨਾ। ਮਾਇਆ ਵਾਲੇ ਪਾਸੇ ਲੱਗ ਕੇ ਸਿਰਫ ਮਾਇਆ ਮਿਲੇਗੀ, ਰੱਬ ਨਹੀਂ ਮਿਲੇਗਾ। ਪਰ ਰੱਬ ਵਾਲੇ ਪਾਸੇ ਲੱਗ ਕੇ ਰੱਬ ਵੀ ਮਿਲੇਗਾ ਅਤੇ ਮਾਇਆ ਵੀ ਮਿਲੇਗੀ। ਕੋਈ ਜਿੱਥੇ ਰੱਬ ਹੋਏਗਾ ਉੱਥੇ ਮਾਇਆ ਤੇ ਅੱਗੇ ਪਿੱਛੇ ਫਿਰ ਜਾਂਦੀ, ਉਹ ਤੇ ਅੱਗੇ ਪਿੱਛੇ। ਨਵ ਨਿਧੀ 18 ਸਿਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਜਿਹੜਾ ਸਦਾ ਹੀ ਪਰਮਾਤਮਾ ਨੂੰ ਆਪਣੇ ਹਿਰਦੇ 'ਚ ਵਸਾ ਕੇ ਰੱਖਦਾ ਹੈ, ਕਹਿੰਦੇ 9 ਨਿਧੀਆਂ 18 ਸਿਧੀਆਂ ਉਹਦੇ ਅੱਗੇ ਪਿੱਛੇ ਫਿਰੀ ਜਾਂਦੀਆਂ। ਹੋ ਗਏ ਨਾ ਫਿਰ ਦਾਤੇ, 9 ਨਿਧੀਆਂ 18 ਸਿੱਧੀਆਂ ਅੱਗੇ ਪਿੱਛੇ ਫਿਰੀ ਜਾਂਦੇ, ਤੇ ਦਾਤੇ ਹੋ ਗਏ, ਦਾਤੇ ਹੋ ਗਏ। ਦੁੱਖ ਹੈ ਕਿ ਮੰਗਤਾ ਹੌਸਲਾ ਹੀ ਨਹੀਂ ਕਰਦਾ ਦਾਤਾ ਬਣਨ ਦਾ, ਉਹ ਹੌਸਲਾ ਨਹੀਂ ਕਰਦਾ, ਉਹ ਯਤਨ ਨਹੀਂ ਕਰਦਾ, ਉਹਨੂੰ ਗੁਰਬਾਣੀ 'ਚ ਮਹਾਂਪੁਰਖਾਂ ਦੇ ਸ਼ਬਦਾਂ 'ਤੇ ਵਿਸ਼ਵਾਸ ਨਹੀਂ ਹੈ। ਉਹ ਕਹਿੰਦਾ ਮੇਰੇ ਕਿੱਥੇ ਭਾਗ ਜੀ, ਚਲ ਇਹ ਕਹਿ ਕੇ ਰੱਦ ਕਰ ਦਿੰਦਾ, ਮੇਰੇ ਐਡੇ ਵੱਡੇ ਭਾਗ ਕਿੱਥੇ ਜੀ। ਮੰਗਤੇ ਵੀ ਕਦੇ ਦਾਤੇ ਹੋਏ ਨਹੀਂ, ਵਹੀਂ ਕਹੇ ਚਲ ਨਿਬੜ ਗਿਆ ਕੰਮ, ਰਹਿ ਵੀ ਫਿਰ ਮੰਗਤਾ ਤੂੰ। ਇਹ ਤੇ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਯਤਨ ਕਰਨਾ ਪੈਣਾ, ਅਤੇ ਫਿਰ ਦਿਰੜਾ ਦਿਨ ਲੱਗੇ ਰਹਿਣਾ, ਲੱਗੇ ਰਹਿਣਾ, ਲੱਗੇ ਰਹਿਣਾ, ਲੱਗੇ ਰਹਿਣਾ। ਅਤੇ ਜਿਹੜਾ ਲੱਗਾ ਰਹਿੰਦਾ ਹੈ ਉਹ ਕਿਸੇ ਨਾ ਕਿਸੇ ਦਿਨ ਪ੍ਰਾਪਤ ਕਰ ਲੈਂਦਾ। ਸਿਆਣੇ ਕਿ ਜਿਹੜਾ ਤੁਰਿਆ ਜਾ ਰਿਹਾ, ਤੁਰਿਆ ਜਾ ਰਿਹਾ, ਤੁਰਿਆ ਜਾ ਰਿਹਾ, ਇੱਕ ਤਾਂ ਆਪਣੀ ਮੰਜ਼ਿਲ 'ਤੇ ਪਹੁੰਚ ਜਾਏਗਾ, ਕਿਉਂਕਿ ਤੁਰੇ ਹੀ ਜਾ ਰਿਹਾ। ਜਿਹੜਾ ਕਿਸੇ ਕੰਮ ਨੂੰ ਸ਼ੁਰੂ ਕਰ ਲਿਆ ਅਤੇ ਲੱਗਾ ਰਿਹਾ, ਲੱਗਾ ਰਿਹਾ, ਲੱਗਾ ਰਿਹਾ, ਉਹ ਕੰਮ ਨੂੰ ਸਮਾਪਤ ਕਰ ਲਏਗਾ ਇੱਕ ਦਿਨ, ਭਾਵੇਂ ਕਿੱਡਾ ਹੀ ਵੱਡਾ ਕੰਮ ਕਰਨਾ, ਸਮਾਪਤ ਕਰ ਲਏਗਾ ਉਹਨੂੰ। ਗੱਲ ਤਾਂ ਲੱਗੇ ਰਹਿਣ ਦੀ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਸਾਡਾ ਇਰਾਦਾ ਦ੍ਰਿੜ ਹੋਵੇ, ਅਸੀਂ ਲੱਗੇ ਰਹੀਏ ਅਤੇ ਵਿਸ਼ਵਾਸ ਰੱਖੀਏ ਕਿ ਅਸੀਂ ਵੀ ਦਾਤੇ ਬਣ ਸਕਦੇ ਹਾਂ। ਗੁਰੂ ਮਹਾਰਾਜ ਸਾਨੂੰ ਵੀ ਦਾਤੇ ਬਣਾਵੇਗਾ। ਸੋ ਗੁਰੂ ਮਹਾਰਾਜ ਕਹਿੰਦੇ, ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਏ। ਮੰਗਣ ਵਾਲੇ ਬੜੇ ਨੇ, ਉਹ ਪਰਮਾਤਮਾ ਇੱਕ ਦਾਤਾ ਹੈ। ਜਿਸ ਕੇ ਜੀ ਪ੍ਰਾਣ ਹੈ, ਮਨ ਵਸਿਆ ਸੁਖ ਹੋਏ। ਜਿਹਨੇ ਸਾਨੂੰ ਜਿੰਦ ਦਿੱਤੀ, ਜਿਹਨੇ ਸਾਨੂੰ ਪ੍ਰਾਣ ਦਿੱਤੇ, ਜਿਸ ਕੇ ਜੀ ਪ੍ਰਾਣ ਹੈ, ਇਹ ਖਿਆਲ ਰੱਖਣਾ। ਪ੍ਰਾਣ ਅਣਾਣੇ ਨੂੰ ਔਂਕੜ ਨਹੀਂ ਹੈ, ਇਸ ਲਈ ਪ੍ਰਾਣ ਬਹੁਵਚਨ ਹੈ। ਕਰਕੇ ਫਲਾਣੇ ਦੇ ਪ੍ਰਾਣ ਨਿਕਲ ਗਏ, ਇਹ ਨਹੀਂ ਆਪਾਂ ਕਹਿੰਦੇ ਫਲਾਣੇ ਦਾ ਪ੍ਰਾਣ ਨਿਕਲ ਗਿਆ ਜੀ, ਫਲਾਣੇ ਦੇ ਪ੍ਰਾਣ ਨਿਕਲ ਗਏ, ਇਹਦਾ ਮਤਲਬ ਪ੍ਰਾਣ ਬਹੁਵਚਨ ਹੈ, ਇਸ ਲਈ ਹੈ, ਖਿਆਲ ਰੱਖਣਾ।
ਨਾਲੇ ਹੁੰਦਾ ਜੇ ਇੱਕ ਵਚਨ ਨਾ ਫਿਰ ਹੋਣਾ ਸੀ ਜਿਸ ਕਾ ਜੀ ਪ੍ਰਾਣ ਹੈ, ਫਿਰ ਕਾ ਹੋਣਾ ਸੀ। ਕਾ ਇੱਕ ਵਚਨ ਹੁੰਦਾ, ਕੇ ਬਹੁਵਚਨ ਹੁੰਦਾ। ਇਹ उसका कलम है, ये उसकी कलमे हैं। ਜਿਹੜਾ ਕਾ ਹੈ ਇੱਕ ਵਚਨ ਹੁੰਦਾ ਕਿ ਬਹੁਵਚਨ ਹੁੰਦਾ, ਇਸ ਲਈ ਜਿਸ ਕੇ, ਜਿਸ ਦੇ। ਕਾ ਹੁੰਦਾ ਦਾ, ਜਿਸ ਦਾ ਇੱਕ ਵਚਨ ਹੈ, ਜਿਸ ਦੇ ਬਹੁਵਚਨ ਹੈ, ਇਸ ਲਈ ਅੱਗੇ ਫਿਰ ਪ੍ਰਾਣ ਬਹੁਵਚਨ। ਜਿਸ ਕੇ ਜੀ ਪ੍ਰਾਣ ਹੈ, ਜਿਹਨੇ ਸਾਨੂੰ ਜਿੰਦ ਦਿੱਤੀ ਹੈ, ਜਿਹਨੇ ਸਾਨੂੰ ਪ੍ਰਾਣ ਦਿੱਤੇ ਨੇ, ਮਨ ਵਸਿਆ। ਜਦੋਂ ਉਹ ਪਰਮਾਤਮਾ ਮਨ 'ਚ ਵਸ ਜਾਂਦੇ ਨਾ, ਸੁੱਖ ਹੋਏ। ਮਨੁੱਖ ਨੂੰ ਸਦੀਵੀ ਸੁੱਖ ਦੀ ਪ੍ਰਾਪਤੀ ਹੋ ਜਾਂਦੀ। ਸੁੱਖ ਖੱਖੇ ਨੂੰ ਕੁੜਲਾ ਰੱਖਾ, ਇੱਕੋ ਹੀ ਸੁੱਖ ਹੈ, ਭਾਵ ਸਦੀਵੀ ਸੁੱਖ। ਮਨੁੱਖ ਨੂੰ ਸਦੀਵੀ ਸੁੱਖ ਦੀ ਪ੍ਰਾਪਤੀ ਹੋ ਜਾਂਦੀ, ਜਿਹਨੂੰ ਕਹਿੰਦੇ ਆਨੰਦ। ਆਨੰਦ ਬਹੁਵਚਨ ਨਹੀਂ ਹੁੰਦਾ, ਆਨੰਦ ਇੱਕੋ ਹੀ ਹੁੰਦਾ। ਪਰਮਾਤਮਾ ਦੀ ਪ੍ਰਾਪਤੀ ਹੋ ਜਾਣ ਤੋਂ ਬਾਅਦ ਫਿਰ ਅਸਲ 'ਚ ਆਨੰਦ ਦੀ ਅਵਸਥਾ ਹੁੰਦੀ ਹੈ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਿਆ। ਜਦੋਂ ਮੈਂ ਪਰਮਾਤਮਾ ਦੀ ਪ੍ਰਾਪਤੀ ਕਰ ਲਈ, ਮੈਨੂੰ ਆਨੰਦ ਹੀ ਆਨੰਦ ਹੋ ਗਿਆ। ਜਿਸ ਕੇ ਜੀ ਪ੍ਰਾਣ ਹੈ, ਮਨ ਵਸੈ ਸੁਖ ਹੋਏ। ਜਗ ਸੁਪਨਾ ਬਾਜ਼ੀ ਬਣੀ, ਖਿਨ ਮਹਿ ਖੇਲ ਖਿਲਾਏ। ਸੰਜੋਗੀ ਮਿਲ ਏਕ ਸੇ, ਵਿਜੋਗੀ ਉੱਠ ਜਾਏ। ਜਗ ਸੁਪਨਾ ਬਾਜ਼ੀ ਬਣੀ। ਇਹ ਸੰਸਾਰ ਇੱਕ ਸੁਪਨਾ ਹੈ, ਇਹ ਤੇ ਇੱਕ ਖੇਡ ਹੈ, ਇਹ ਤੇ ਇੱਕ ਖੇਡ ਹੈ। ਦਸਮ ਪਾਤਸ਼ਾਹ ਸੰਸਾਰ ਨੂੰ ਤਮਾਸ਼ਾ ਕਹਿੰਦੇ, ਦੇਖਣ ਆਇਓ ਜਗਤ ਤਮਾਸ਼ਾ। ਸੋ ਇਸ ਲਈ ਜਗ ਸੁਪਨਾ ਬਾਜ਼ੀ ਬਣੀ। ਇਹ ਸੰਸਾਰ ਇੱਕ ਸੁਪਨਾ ਹੈ, ਇਹ ਬਾਜ਼ੀ ਦੀ ਨਹੀਂ ਹੈ, ਸਦਾ ਰਹਿਣ ਵਾਲੀ ਨਹੀਂ ਹੈ। ਬਾਜ਼ੀਗਰ ਬਾਜ਼ੀ ਪਾਉਂਦੇ ਨੇ, ਪਹਿਲਾਂ ਪਿੰਡਾਂ 'ਚ ਆਇਆ ਕਰਦੇ ਸਨ। ਬਾਜ਼ੀਗਰ ਆਪਣੇ ਖੇਲ ਵਿਖਾਉਂਦੇ ਨੇ, ਕੋਈ ਸਮੇਂ ਬਾਅਦ ਬਾਜ਼ੀ ਖਤਮ ਹੋ ਗਈ, ਬਸ ਨਿਬੜਿਆ ਕੰਮ। ਜਿਵੇਂ ਸੁਪਨਾ ਕੁਝ ਸਮੇਂ ਬਾਅਦ ਖਤਮ ਹੋ ਜਾਂਦਾ ਹੈ, ਜਾਦੂਗਰ ਦਾ ਖੇਲ ਵੀ ਕੁਝ ਸਮੇਂ ਬਾਅਦ ਖਤਮ ਹੋ ਜਾਂਦਾ ਹੈ। ਜਗ ਸੁਪਨਾ ਬਾਜ਼ੀ ਬਣੀ, ਖਿਨ ਮੈਂ ਖੇਲ ਖਿਲਾਏ। ਇੱਕ ਸੈਕਿੰਡ ਦੇ ਵਿੱਚ ਉਹ ਖੇਡ ਖਿਡਾ ਦਿੰਦਾ ਹੈ। ਇੱਕ ਸੈਕਿੰਡ 'ਚ ਪਰਮਾਤਮਾ ਇਹ ਸੰਸਾਰਿਕ ਖੇਡ ਮਨੁੱਖ ਤੋਂ ਖਿਡਾ ਦਿੰਦਾ ਹੈ। ਸੰਜੋਗੀ ਮਿਲ ਏਕ ਸੇ। ਜਦੋਂ ਸੰਜੋਗ ਦਾ ਸਮਾਂ ਆਉਂਦਾ ਹੈ, ਇਹ ਮਨੁੱਖ ਇਕੱਠੇ ਹੋ ਜਾਂਦੇ ਨੇ। ਏਕ ਸੇ ਹੁੰਦਾ ਇਕੱਠੇ ਹੋਣਾ, ਮਿਲ ਕੇ ਇਕੱਠੇ ਹੋ ਜਾਂਦੇ ਨੇ। ਜਦੋਂ ਵਿਯੋਗ ਦਾ ਸਮਾਂ ਆਉਂਦਾ ਹੈ, ਉੱਠ ਜਾਏ, ਉੱਠ ਕੇ ਚਲੇ ਜਾਂਦੇ ਨੇ। ਤਾਂ ਹੀ ਕਹਿੰਦੇ ਨੇ ਧੀਆਂ ਪੁੱਤਰ ਦਾ ਸਾਡੇ ਨਾਲ ਸੰਯੋਗ ਹੁੰਦਾ ਹੈ। ਜਿਸ ਦਾ ਸਾਡੇ ਨਾਲ ਸੰਯੋਗ ਹੈ, ਉਹਨੇ ਸਾਡੇ ਘਰ ਆਉਣਾ। ਮੁੰਡਿਆਂ ਨਾਲ ਸੰਯੋਗ ਹੈ, ਮੁੰਡੇ ਆਉਣਗੇ। ਕੁੜੀਆਂ ਨਾਲ ਸੰਯੋਗ ਹੈ, ਕੁੜੀਆਂ ਆਉਣਗੀਆਂ। ਦੋ ਨਾਲ ਸੰਯੋਗ ਹੈ, ਦੋ ਆਉਣਗੇ। ਚਾਰ ਨਾਲ ਸੰਯੋਗ ਹੈ, ਚਾਰ ਆਉਣਗੇ। ਕਿਸੇ ਨਾਲ ਵੀ ਸੰਯੋਗ ਨਹੀਂ, ਕੋਈ ਵੀ ਨਹੀਂ ਆਵੇਗਾ, ਕੋਈ ਨਹੀਂ ਆਵੇਗਾ। ਚਾਹੇ ਡਾਕਟਰ ਕੋਲ ਭੇਜੇ ਜਾਓ, ਜੋ ਮਰਜ਼ੀ ਇਲਾਜ ਕਰਾਈ ਜਾਓ, ਸੰਯੋਗ ਹੀ ਨਹੀਂ ਕਿਸੇ ਕੋਲ, ਕਿਸੇ ਨਾਲ ਸੰਯੋਗ ਹੀ ਨਹੀਂ। ਇਸ ਲਈ ਗੁਰਬਾਣੀ ਦਿੱਤੀ ਧੀਆਂ ਪੁੱਤ ਸੰਯੋਗ। ਇਹ ਤਾਂ ਸੰਯੋਗਾਂ ਕਾਰਨ ਆਏ ਨੇ। ਇਹਨਾਂ ਸਾਡੇ ਪਿਛਲੇ ਜਨਮਾਂ ਦੇ ਸੰਯੋਗ ਸਨ। ਕਿਸੇ ਨੇ ਸਾਡੇ ਤੋਂ ਕੁਛ ਲੈਣਾ, ਕਿਸੇ ਨੇ ਕੋਈ ਸਾਨੂੰ ਦੇਣਾ। ਐਕਚੁਅਲੀ ਸਾਰਾ ਹਿਸਾਬ ਕਿਤਾਬ ਹੋ ਰਿਹਾ। ਬਸ ਇਹ ਜਿਹੜੇ ਬੱਚੇ ਨੇ ਨਾ, ਤੁਹਾਡੇ ਨਾਲ ਹਿਸਾਬ ਕਿਤਾਬ ਕਰਨ ਆਏ ਨੇ, ਜਿਹੜਾ ਪਿਛਲੇ ਜਨਮ ਦਾ ਰਹਿ ਗਿਆ ਹੈ। ਤੁਸੀਂ ਉਹਨਾਂ ਨੂੰ ਦੁੱਖ ਦਿੱਤਾ ਸੀ, ਤੁਹਾਨੂੰ ਦੁੱਖ ਦੇਣ ਆ ਗਏ ਨੇ। ਤੁਸੀਂ ਉਹਨੂੰ ਸੁੱਖ ਦਿੱਤਾ, ਤੁਹਾਨੂੰ ਸੁੱਖ ਦੇਣ ਆ ਗਏ ਨੇ। ਤੁਸੀਂ ਉਹਨਾਂ ਨੂੰ ਲੁੱਟਿਆ ਸੀ ਪਿਛਲੇ ਜਨਮਾਂ 'ਚ, ਉਹ ਆ ਕੇ ਤੁਹਾਨੂੰ ਲੁੱਟਣਗੇ, ਘਾਟਾ ਪਾਉਣਗੇ ਤੁਹਾਨੂੰ। ਇਹ ਸੰਯੋਗ ਹੁੰਦੇ ਨੇ। ਇੱਕ ਵਾਰ ਮੈਂ ਤੁਹਾਨੂੰ ਸੁਣਾਇਆ ਵੀ ਸੀ, ਅਹਿਮਦਗੜ੍ਹ ਇੱਕ ਕਾਰਖਾਨੇਦਾਰ ਸੀ। ਉਹਨੇ ਇੱਕ ਮੁਨੀਮ ਰੱਖਿਆ ਸੀ, ਜਿਹਨੂੰ ਅਕਾਊਂਟੈਂਟ ਕਹਿੰਦੇ। ਉਹ ਮੁਨੀਮ ਬਹੁਤ ਇਮਾਨਦਾਰ ਸੀ।
ਕੁਝ ਸਾਲਾਂ ਬਾਅਦ ਕਾਰਖਾਨੇ ਦਾ ਜੋ ਮਾਲਕ ਸੀ ਉਹਨੂੰ ਮੁਨੀਮ 'ਤੇ ਬਹੁਤ ਵਿਸ਼ਵਾਸ ਹੋ ਗਿਆ। ਯਾਦ ਰੱਖਣਾ ਹਮੇਸ਼ਾ, ਮਨੁੱਖ ਵਿਸ਼ਵਾਸ ਕਰਕੇ ਹੀ ਧੋਖੇ 'ਚ ਆਉਂਦਾ ਹੈ। ਜੋ ਵਿਸ਼ਵਾਸ ਨਾ ਕਰੇ ਕਿਸੇ 'ਤੇ, ਫਿਰ ਉਹਨੂੰ ਕੋਈ ਧੋਖਾ ਨਹੀਂ ਦੇ ਸਕਦਾ। ਜਿਹਨੇ ਸਾਨੂੰ ਧੋਖਾ ਦੇਣਾ ਉਹ ਸਾਨੂੰ ਪਹਿਲਾਂ ਵਿਸ਼ਵਾਸ ਵਿੱਚ ਲਿਆਵੇਗਾ, ਵਿਸ਼ਵਾਸ 'ਚ ਲਿਆਵੇਗਾ। ਅਸੀਂ ਉਸ 'ਤੇ ਵਿਸ਼ਵਾਸ ਕਰਾਂਗੇ, ਉਹ ਫਿਰ ਸਾਨੂੰ ਧੋਖਾ ਦੇਵੇਗਾ। 17-18 ਸਾਲ ਉਹ ਮੁਨੀਮ ਰਿਹਾ। ਜਿਹੜਾ ਸੀ ਸੇਠ, ਉਹਦੇ ਕੋਈ ਬਾਲ ਬੱਚਾ ਨਹੀਂ ਸੀ ਅਤੇ ਉਹਦੀ ਪਤਨੀ ਵੀ ਸਵਰਗਵਾਸ ਹੋ ਚੁੱਕੀ ਸੀ, ਇਸ ਲਈ ਇਕੱਲੇ ਹੀ ਬਜ਼ੁਰਗ ਸੀ। ਮੁਨੀਮ ਨੇ, ਜਿਹਨੂੰ ਅਕਾਊਂਟੈਂਟ ਕਹਿੰਦੇ, ਸਾਰਾ ਹਿਸਾਬ ਕਿਤਾਬ ਰੱਖਦਾ ਸੀ ਉਹਨੂੰ। ਉਹਨੇ ਲਿਆਉਣੇ ਕਾਗਜ਼, ਸੇਠ ਨੂੰ ਇੰਨਾ ਵਿਸ਼ਵਾਸ ਸੀ ਕਿ ਉਹਨੇ ਦਸਤਖਤ ਕਰੀ ਜਾਣਾ ਬਿਨਾਂ ਪੜ੍ਹੇ ਹੋਏ। 18 ਸਾਲਾਂ ਬਾਅਦ ਉਹਦੇ ਮਨ 'ਚ ਆਇਆ ਬਈ ਮਾਲਕ ਮੇਰੇ 'ਤੇ ਬਹੁਤ ਵਿਸ਼ਵਾਸ ਕਰਦਾ ਹੈ, ਕਿਉਂ ਨਾ ਮੈਂ ਆਪਣੀ ਫੈਕਟਰੀ ਆਪਣੇ ਨਾਂ, ਇਹਦੀ ਫੈਕਟਰੀ ਆਪਣੇ ਨਾਂ ਕਰਵਾ ਲਾਂ। ਨਾ ਕਰਵਾ, ਉਹਨੇ ਉਸੇ ਤੇਰੇ ਅਸ਼ਟਾਮ ਜਿਵੇਂ ਤਿਆਰ ਕਰੀਦਾ ਹੈ ਬਈ ਮੈਂ ਬਹੁਤ ਜ਼ਿਆਦਾ ਬਜ਼ੁਰਗ ਹੋ ਗਿਆ ਹਾਂ, ਹੁਣ ਮੈਂ ਫੈਕਟਰੀ ਨਹੀਂ ਚਲਾ ਸਕਦਾ, ਮੇਰਾ ਕੋਈ ਬਾਲ ਬੱਚਾ ਨਹੀਂ ਹੈ, ਇਹ ਮੇਰਾ ਮੁਨੀਮ ਹੈ, ਇਹ ਬਹੁਤ ਅੱਛਾ ਹੈ, ਮੈਂ ਆਪਣੀ ਫੈਕਟਰੀ ਕੱਲ੍ਹ ਤੋਂ ਇਸ ਨੂੰ ਦਿੰਦਾ ਹਾਂ। ਇੱਕ ਤਾਂ ਮੈਂ ਮਰਨ ਤੋਂ ਬਾਅਦ ਦਿੰਦਾ, ਉਹ 'ਚ ਲਿਖਾ ਮੈਂ ਕੱਲ੍ਹ ਤੋਂ ਇਸ ਨੂੰ ਦਿੰਦਾ। ਉਹ ਕਰਕੇ ਸਰ ਉਹ ਕਾਗਜ਼ਾਂ ਦੇ ਵਿੱਚ ਪਾ ਕੇ 15-16 ਹੋਰ ਲੈ ਗਿਆ। ਸੇਠ ਦਸਤਖਤ ਕਰਦਾ ਕਦੇ ਉਸ ਅਸ਼ਟਾਮ ਪੇਪਰ 'ਤੇ ਆਇਆ, ਕਹਿੰਦਾ ਵੀ ਇਹ ਕੀ ਹੈ? ਉਹ ਕਹਿੰਦਾ ਜੀ ਆਪਣਾ ਫਲਾਣੇ ਨਾਲ ਮੁਕੱਦਮਾ ਚੱਲਦਾ ਨਾ, ਉਹ ਫਿਰ ਦੇਣੇ ਪੈਂਦੇ ਨੇ ਐਫੀਡੇਵਿਟ ਜੀ। ਚਲੋ ਉਹਨੇ ਦਸਤਖਤ ਕਰਤੇ, ਖੁਸ਼ ਹੈ। ਘਰ ਵਾਲੇ ਨੂੰ ਜਾ ਕੇ ਕਹਿੰਦਾ ਕੱਲ੍ਹ ਤੋਂ ਮੈਂ ਫੈਕਟਰੀ ਦਾ ਮਾਲਕ ਹੋ ਰਿਹਾ ਹਾਂ। ਮੈਂ ਸੇਠ ਤੋਂ ਇਸ ਤਰ੍ਹਾਂ ਲਿਖਵਾ ਲਿਆ। ਅੱਗੋਂ ਵੀ ਬੇਈਮਾਨ ਸੀ, ਬੜੀ ਖੁਸ਼ ਹੋਈ। ਆਹ ਤਾਂ ਬਹੁਤ ਚੰਗਾ ਹੋ ਗਿਆ, ਕਿੱਥੇ ਆਪਾਂ ਨੌਕਰ ਸੀ ਮਾਲਕ ਹੋ ਜਾਵਾਂਗੇ। ਹੁਣ ਮੁਨੀਮ ਲੇਟ ਫੇਟ ਜਾਣ ਲੱਗ ਪਿਆ। 2 ਦਿਨ 4 ਦਿਨ ਮਾਲਕ ਕਹਿੰਦਾ ਭਾਈ ਤੂੰ ਲੇਟ ਆਉਣਾ? ਕਹਿੰਦਾ ਮੈਂ ਤਾਂ ਲੇਟ ਆਊਂਗਾ। ਕਹਿੰਦੇ ਕਿਵੇਂ ਬੋਲਦੇ? ਅਰੇ ਅੱਜ ਤੱਕ ਕਿਸ ਤਰ੍ਹਾਂ ਬੋਲਿਆ ਨਹੀਂ ਹੈ ਕਿ ਕਿਵੇਂ ਬੋਲਦੇ? ਕਹਿੰਦਾ ਮੈਂ ਤਾਂ ਬੋਲੂँਗਾ। ਕਹਿੰਦਾ ਤੈਂ ਨੌਕਰੀ ਕਰਨੀ ਹੈ ਕਿ ਨਹੀਂ ਕਰਨੀ? ਕਹਿੰਦਾ ਤੂੰ ਕੌਣ ਮੈਨੂੰ ਨੌਕਰੀ ਤੋਂ ਕੱਢਣ ਵਾਲਾ? ਉਹ ਕਹਿੰਦਾ ਮੈਂ ਮਾਲਕ ਹਾਂ। ਕਹਿੰਦੇ ਤੂੰ ਕੋਈ ਮਾਲਕ ਮੁਲਕ ਨਹੀਂ ਹੈ, ਕਾਗਜ਼ ਅੱਗੇ ਕਰਦਾ ਅਬਲ। ਜਦੋਂ ਉਹਨੇ ਪੜ੍ਹਿਆ ਵੀ ਮੈਂ ਇਸ ਨੂੰ ਮਾਲਕ ਬਣਾ ਦਿੱਤਾ ਹੈ, ਉਹਨੂੰ ਉੱਥੇ ਹੀ ਹਾਰਟ ਅਟੈਕ ਹੋ ਗਿਆ। ਬਾਈ ਚਾਂਸ ਮੁਨੀਮ ਅਤੇ ਉਸ ਮਾਲਕ ਤੋਂ ਬਿਨਾਂ ਉਸ ਕਮਰੇ 'ਚ ਕੋਈ ਨਹੀਂ ਸੀ। ਇਸ ਲਈ ਕਿਸੇ ਫੈਕਟਰੀ ਵਾਲੇ ਨੂੰ ਕੋਈ ਪਤਾ ਨਹੀਂ ਸੀ ਕਿ ਇਹ ਕੀ ਗੱਲਬਾਤ ਹੋਈ ਹੈ। ਹਾਰਟ ਅਟੈਕ ਹੋਇਆ, ਬਾਲਕ ਮਰ ਗਿਆ। ਚਲੋ ਸੰਸਕਾਰ ਕਰਦੇ, ਕਿਉਂਕਿ ਹੋਰ ਤਾਂ ਕੋਈ ਹੈ ਨਹੀਂ ਸੀ। ਬਾਅਦ ਜਦ ਸੰਸਕਾਰ ਤੋਂ ਬਾਅਦ ਜਿਹੜੇ ਪਾਠ ਪੂਠ ਕਰਾਉਂਦੇ ਨੇ, ਉਸ ਤੋਂ ਬਾਅਦ ਮੁਨੀਮ ਨੇ ਸਾਰੇ ਕਰਮਚਾਰੀ ਸੱਦੇ। ਉਹ ਐਫੀਡੇਵਿਟ ਦਿਖਾਇਆ ਕਿ ਭਾਈ ਮਾਲਕ ਮੈਨੂੰ ਜਾਂਦਾ ਹੋਇਆ ਮਾਲਕ ਬਣਾ ਗਿਆ ਹੈ, ਅੱਜ ਤਾਂ ਮੈਂ ਮਾਲਕ ਹਾਂ। ਉਹਨੇ ਵਿਸ਼ਵਾਸ ਕਰ ਲਿਆ ਵੀ ਇੰਨਾ ਪੁਰਾਣਾ ਹੈ ਅਤੇ ਇੰਨਾ ਵਿਸ਼ਵਾਸ ਮਾਲ ਬਣਾ ਗਿਆ ਹੁਣ। ਲਓ ਜੀ, ਉਹਨਾਂ ਦੇ ਘਰ ਕੋਈ ਬੱਚਾ ਨਹੀਂ ਸੀ। 18 ਸਾਲ ਹੋ ਗਏ ਸਨ ਵਿਆਹ ਨੂੰ। ਫਿਰ ਜਦੋਂ ਉਹਨੇ ਠੱਗੀ ਕੀਤੀ, ਕੁਝ ਦਿਨਾਂ ਬਾਅਦ ਉਹਦੀ ਘਰਵਾਲੀ ਪ੍ਰੈਗਨੈਂਟ ਹੋ ਗਈ। ਅਗਲੇ ਸਾਲ ਉਹਨਾਂ ਦੇ ਘਰ ਲੜਕਾ ਹੋਇਆ। ਕਹਿੰਦੇ ਆਹ ਠੱਗੀ ਕਿੰਨੀ ਫਲੀ ਹੈ ਦੇਖੋ। ਜਦੋਂ ਆਪਾਂ ਇਮਾਨਦਾਰੀ ਨਾਲ ਦਿਨ ਰਾਤ ਕੰਮ ਕਰਦੇ ਸੀ, ਆਪਣੇ ਕੋਈ ਬੱਚਾ ਨਹੀਂ ਸੀ। ਆਪਾਂ ਦੇਖੋ ਹੁਣ ਠੱਗ ਹੋ ਗਏ ਹਾਂ, ਨਾਲੇ ਮਾਲਕ ਹੋ ਗਏ ਹਾਂ, ਨਾਲੇ ਪੁੱਤਰ ਹੋ ਗਿਆ। ਬੜੇ ਖੁਸ਼ ਨੇ। ਚਲੋ ਜੀ, ਜਦੋਂ ਪੁੱਤਰ ਹੋਇਆ 9 ਸਾਲ ਦਾ, ਉਹਨੂੰ ਐਸੀ ਬਿਮਾਰੀ ਲੱਗ ਗਈ ਕਿ ਉਹ ਹਿੰਦੁਸਤਾਨ ਦੇ ਵੱਡੇ ਵੱਡੇ ਹਸਪਤਾਲਾਂ 'ਚ ਉਹਨਾਂ ਨੂੰ ਲੈ ਗਿਆ। ਬੜਾ ਪੈਸਾ ਖਰਚ ਹੋਇਆ। ਫਿਰ ਕਿਸੇ ਨੇ ਕਿਹਾ ਇੱਥੇ ਦਾ ਕੋਈ ਇਲਾਜ ਨਹੀਂ, ਤੂੰ ਇੰਗਲੈਂਡ ਲੈ ਜਾ।
ਉਹ ਆਪਣੇ ਪੁੱਤਰ ਨੂੰ ਇੰਗਲੈਂਡ ਲੈ ਗਿਆ। ਇੰਨਾ ਖਰਚਾ ਆਉਣਾ ਸ਼ੁਰੂ ਹੋ ਗਿਆ ਕਿ ਉੱਥੇ ਪੌਂਡਾਂ 'ਚ ਖਰਚਾ ਹੁੰਦਾ ਹੈ। ਸਾਰੀ ਫੈਕਟਰੀ ਵਿਕ ਗਈ, ਸਾਰੀ ਫੈਕਟਰੀ ਵਿਕ ਗਈ, ਪਰ ਬੱਚਾ ਫਿਰ ਵੀ ਠੀਕ ਨਹੀਂ ਹੋਇਆ ਅਤੇ ਡਾਕਟਰ ਨੇ ਕਿਹਾ ਇਹਨੂੰ ਆਪਣੇ ਘਰ ਲੈ ਜਾਓ। ਬੱਚਾ ਘਰ ਆ ਗਿਆ, ਬੋਲਦਾ ਨਹੀਂ ਹੈ, ਨਾ ਬੋਲ ਸਕਦਾ ਨਾ ਤੁਰ ਸਕਦਾ ਹੈ, ਮੰਜੇ 'ਤੇ ਪਿਆ ਰਹਿੰਦਾ। ਹੁਣ ਉਹ ਕਿਸੇ ਹੋਰ ਫੈਕਟਰੀ ਦੇ ਵਿੱਚ ਮੁਨੀਮ ਲੱਗ ਗਿਆ ਹੈ। ਤਜਰਬੇਕਾਰ ਹੋਣ ਕਰਕੇ ਦੂਜੀਆਂ ਫੈਕਟਰੀਆਂ ਵਾਲੇ ਰੱਖ ਲਿਆ ਵੀ ਚਲੋ ਤਜਰਬੇ। ਅੰਦਰਲੀ ਕਹਾਣੀ ਦਾ ਕਿਸੇ ਨੂੰ ਕੋਈ ਪਤਾ ਨਹੀਂ। ਉਹ ਮੁਨੀਮ ਮੁੜ ਕੇ ਲੱਗ ਗਿਆ। ਇੱਕ ਦਿਨ ਕੰਮ ਤੋਂ ਆਇਆ, ਘਰ ਵਾਲੀ ਵੀ ਬੈਠੀ ਹੈ। ਉਹ ਲੜਕਾ ਬੋਲਿਆ, ਕਹਿੰਦੇ ਪਿਤਾ ਜੀ अब मेरी मंजी ते बैठो। मियाँ बीबी बड़े खुश है, शुक्र है 4 साल बाद अज साडा बच्चा बोलिया। कहते पिता जी मैं जो पुछा सचो सच दस्यो। कहते पुछ। कहते तुसी फलानी फैक्ट्री च मुनीम हुंदे सी। उन्हें कहा ते हुण पैदा होया, इनू की पता है? कि तेरे क्या पता है? कि नहीं, मैं जो पुछ रहा बस तुसी वो दसो, अगे प्रश्न नहीं करना। कहते हाँ मैं मुनीम हुंदा सी। तुसी 18 साल मुनीम रहे? कहते हाँ। तुहाडा मालक तुहाडे ते बहुत विश्वास करदा सी? कहते हाँ। कहते फिर तुसी अष्टाम पेपर ते उस तो दस्तखत करा ले कि कल तो मेरा मुनीम मेरा मालिक है, मेरी फैक्ट्री का मालिक है। कि तेनू क्या पता है? कहते जो मैं कह रहा बस वो दसना। कि तुसी इस तरह किया? कहते हाँ इस तरह किया। फिर कहते मैं बीमार हो गया, तुहाडी सारी फैक्ट्री मेरी बीमारी ते लग गई विकी, तुसी मुड़ के मुनीम हो गए हो ना। कहते मैं उही सेठ हाँ, लड़का बन के तुहाडे घर जन्म लिया। पिता जी हुण तुहाडा मेरा हिसाब हो गया है। मुड़ के आ गए ना मुनीमी से, जिथे तो उत्थे आ गए कि नहीं? तुहाडा मेरा हिसाब हो गया, हुण मैं चलिया। तो उहदे शरीर त्याग दिता, शरीर त्याग। उहनूं इन्ना बाप नूं सदमा पहुँचिया। ਕਿਰਿਆ ਕਰਮ ਤੋਂ ਬਾਅਦ ਉਹਨੇ ਤਵੇ ਨੂੰ ਪੁੱਠਿਆਂ ਕੀਤਾ, ਜਿਹੜੀ ਕਾਲਖ ਸੀ ਤਵੇ ਦੀ ਉਹ ਮੂੰਹ 'ਤੇ ਮਲ ਲਈ ਅਤੇ ਘਰੋਂ ਚਲਿਆ ਗਿਆ। ਪਹਾੜਾਂ ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਚਲੇ, ਕਸੌਲੀ ਉੱਥੇ ਚਲੇ। ਰੋਜ਼ ਮੂੰਹ ਕਾਲਾ ਕਰ ਲੈਂਦਾ ਹੈ ਅਤੇ ਇੱਕੋ ਗੱਲ ਕਹਿੰਦਾ ਜੈਸੇ ਕੋ ਤੈਸਾ, ਜੈਸੇ ਕੋ ਤੈਸਾ, ਐਂ ਕਹਿੰਦਾ ਰਹਿੰਦਾ। ਲੋਕਾਂ ਸੋਚਿਆ ਕੋਈ ਸੰਤ ਹੈ ਜਿਹੜਾ ਇੱਥੇ ਫਿਰਦਾ ਰਹਿੰਦਾ ਹੈ। ਲੋਕ ਹੌਲੀ ਹੌਲੀ ਇਸ ਨੂੰ ਕਾਲੇ ਮੂੰਹ ਵਾਲਾ ਸੰਤ ਕਹਿਣ ਲੱਗ ਪਏ। ਜਿਹੜਾ ਕੋਈ ਉਹਦੇ ਨੇੜੇ ਜਾਂਦਾ ਗਾਲਾਂ ਕੱਢਦਾ ਸੀ, ਵੱਟੇ ਮਾਰਦਾ ਸੀ, ਇਸ ਨੇੜੇ ਵੀ ਕੋਈ ਨਹੀਂ ਸੀ ਜਾਂਦਾ। ਪੰਜਾਬ ਦਾ ਐਡਵੋਕੇਟ ਜਨਰਲ ਉਸ ਵੇਲੇ ਜਿਹੜਾ ਸੀ ਹਰਬੰਸ ਸਿੰਘ, ਉਹਨੂੰ ਸ਼ੌਕ ਸੀ ਮਹਾਂਪੁਰਖਾਂ ਦਾ ਪਤਾ ਕਰਨਾ, ਕਿੱਥੇ ਕੋਈ ਮਹਾਂਪੁਰਖ ਉਹਦਾ ਜੀਵਨ ਲਿਖਿਆ ਕਰਦੇ ਸੀ। ਉਹਨੂੰ ਕਿਸੇ ਨੇ ਦੱਸਿਆ ਕਾਲੇ ਮੂੰਹ ਵਾਲਾ ਇੱਕ ਸੰਤ ਕਸੌਲੀ ਹੁੰਦਾ, ਉੱਥੇ ਚਲੇ ਗਏ। ਜਦੋਂ ਨੇੜੇ ਗਏ ਉਹ ਗਾਲਾਂ ਕੱਢਣ ਲੱਗਿਆ, ਵੱਟੇ ਮਾਰਨ ਲੱਗ ਗਿਆ। ਉਹ ਕਹਿੰਦੇ ਭਾਈ ਤੂੰ ਇਸ ਤਰ੍ਹਾਂ ਨਾ ਕਰ, ਮੈਂ ਤੇਰੀ ਇੰਟਰਵਿਊ ਲੈਣੀ ਹੈ, ਮੈਂ ਲਿਖਾਰੀ ਹਾਂ, ਮੈਂ ਪਤਾ ਕਰਨਾ ਤੂੰ ਸੰਤ ਕਿਵੇਂ ਬਣਿਆ। ਕਹਿੰਦੇ ਆ ਜਾ ਫਿਰ। ਕਹਿੰਦਾ ਮੈਂ ਸੰਤ ਸੁੰਤ ਕੋਈ ਨਹੀਂ, ਆਪਣੀ ਸਾਰੀ ਕਹਾਣੀ ਉਸ ਨੂੰ ਸੁਣਾਈ। ਸੋ ਕਹਿਣ ਦਾ ਮਤਲਬ ਹੈ ਕਿ ਉਹ ਜਿਹੜਾ ਪੁੱਤਰ ਉਹਨਾਂ ਦੇ ਘਰ ਪੈਦਾ ਹੋਇਆ ਉਹ ਸੰਯੋਗ ਕਾਰਨ ਹੋਇਆ ਅਤੇ ਹਿਸਾਬ ਕਿਤਾਬ ਵੀ ਕਰਨ ਆਇਆ ਸੀ। ਇਹੀ ਕਾਰਨ ਹੈ ਕਿ ਕਿਸੇ ਬੱਚੇ ਤੋਂ ਤੁਹਾਨੂੰ ਲਾਭ ਹੁੰਦਾ ਹੈ, ਕਿਸੇ ਤੋਂ ਤੁਹਾਨੂੰ ਨੁਕਸਾਨ ਹੁੰਦਾ ਹੈ। ਕੋਈ ਤੁਹਾਡੀ ਸੇਵਾ ਕਰਦਾ ਅਤੇ ਕੋਈ ਤੁਹਾਡੀ ਦਾੜੀ ਪੜਦਾ, ਕੋਈ ਤੁਹਾਡੀ ਇੱਜ਼ਤ ਨੂੰ ਵਧਾਉਂਦਾ ਹੈ ਅਤੇ ਕੋਈ ਮਲੀਆ ਮੇਟ ਕਰਦਾ। ਉਹ ਹਿਸਾਬ ਕਿਤਾਬ ਹੋ ਰਿਹਾ, ਹੋਰ ਕੁਛ ਨਹੀਂ ਹੈ। ਉਹ ਆਪਣੇ ਹੀ ਕਰਮਾਂ ਦਾ ਹਿਸਾਬ ਕਿਤਾਬ ਹੋ ਰਿਹਾ।
ਅਸੀਂ ਜੋ ਉਹਦੇ ਨਾਲ ਕੀਤਾ ਸੀ ਉਹੀ ਹੁਣ ਆ ਕੇ ਸਾਡੇ ਨਾਲ ਕਰ ਰਿਹਾ। ਗਿਆਨ ਨਾ ਹੋਣ ਕਰ ਅਸੀਂ ਦੁਖੀ ਹੁੰਦੇ ਰਹਿੰਦੇ ਹਾਂ। ਗਿਆਨ ਨਾ ਹੋਣ ਕਰ, ਜੇ ਗਿਆਨ ਹੈ ਤਾਂ ਉਸ 'ਤੇ ਵਿਸ਼ਵਾਸ ਨਹੀਂ ਗਿਆਨ 'ਤੇ, ਤਾਂ ਵੀ ਦੁਖੀ ਹੁੰਦਾ ਰਹਿੰਦਾ ਬੰਦਾ। ਇਸ ਲਈ ਗੁਰੂ ਬਾਰੇ ਸੰਯੋਗੀ ਮਿਲ ਏਕ ਸੇ, ਸੰਯੋਗ ਕਾਰਨ ਜੀਵ ਇਕੱਠੇ ਹੁੰਦੇ ਨੇ, ਮਿਲਦੇ ਨੇ। ਵਿਯੋਗੀ ਉੱਠ ਜਾਏ, ਜਦੋਂ ਵਿਯੋਗ ਦਾ ਸਮਾਂ ਆਉਂਦਾ ਇਹ ਤੋਂ ਸੰਸਾਰ ਤੋਂ ਉੱਠ ਕੇ ਚਲੇ ਜਾਂਦੇ। ਜੋ ਤਿਸ ਭਾਣਾ ਸੋ ਥੀਏ ਅਵਰ ਨਾ ਕਰਨਾ ਜਾਏ। ਜੋ ਪਰਮਾਤਮਾ ਨੂੰ ਚੰਗਾ ਲੱਗਦਾ ਉਹ ਉਹੀ ਕਰਦਾ ਹੈ, ਹੋਰ ਅਸੀਂ ਕੁਛ ਨਹੀਂ ਕਰ ਸਕਦੇ। ਜੋ ਕਰਨਾ ਉਹਨੇ ਕਰਨਾ, ਜੋ ਉਹਨੂੰ ਚੰਗਾ ਲੱਗਦਾ ਉਹ ਉਸਨੇ ਕਰਨਾ ਹੈ। ਅਸੀਂ ਉਹਦੇ ਭਾਣੇ ਦੇ ਵਿਰੁੱਧ ਕੁਛ ਨਹੀਂ ਕਰ ਸਕਦੇ। ਅੱਗੇ ਕਹਿੰਦੇ ਗੁਰਮੁਖ ਵਸਤ ਵਿਸਾਹੀ ਹੈ, ਸੱਚ ਵਖਰ ਸੱਚ ਰਾਸ। ਜਿਨੀ ਸੱਚ ਵਣੰਜਿਆ ਗੁਰ ਪੂਰੇ ਸ਼ਾਬਾਸ਼। ਨਾਨਕ ਵਸਤ ਪਛਾਣ ਸੇ ਸੱਚ ਸੌਦਾ ਜਿਸ ਪਾਸ। ਗੁਰਮੁਖ ਵਸਤ ਵਿਸਾਈਏ, ਗੁਰੂ ਰਾਹੀਂ। ਇੱਥੇ ਵਸਤ ਦਾ ਭਾਵ ਹੈ ਨਾਮ, ਨਾਮ ਰੂਪੀ ਵਸਤ। ਵਿਸਾਈਏ ਦੇ ਦੋ ਅਰਥ ਨੇ, ਇੱਕ ਹੁੰਦਾ ਖਰੀਦਣਾ, ਦੂਜਾ ਅਰਥ ਹੁੰਦਾ ਇਕੱਠਾ ਕਰਨਾ। ਗੁਰੂ ਦੇ ਰਾਹੀਂ ਨਾਮ ਰੂਪੀ ਵਸਤੂ ਕਹਿੰਦੇ ਖਰੀਦੋ। ਸੱਚ ਵਖਰ ਸੱਚ ਰਸ, ਇਹੀ ਸੱਚਾ ਸੌਦਾ ਹੈ, ਇਹੀ ਸੱਚੀ ਰਾਸ਼ੀ ਹੈ। ਨਾਮ ਦਾ ਜਿਹੜਾ ਸੌਦਾ ਹੈ ਨਾ, ਕਹਿੰਦੇ ਅਸਲ 'ਚ ਇਹੀ ਸੱਚਾ ਸੌਦਾ ਹੈ, ਇਹੀ ਸੱਚੀ ਰਾਸ਼ੀ ਹੈ। ਇਹ ਨਾਮ ਦਾ ਸੌਦਾ ਹੀ ਖਰੀਦਣਾ ਚਾਹੀਦਾ ਹੈ। ਜਿਨੀ ਸੱਚ ਵਣਜਿਆ, ਜਿਨ੍ਹਾਂ ਨੇ ਸੱਚ ਦਾ ਵਪਾਰ ਕੀਤਾ, ਗੁਰ ਪੂਰੇ ਸ਼ਾਬਾਸ਼। ਉਹਨਾਂ ਨੂੰ ਪੂਰੇ ਗੁਰੂ ਤੋਂ ਸ਼ਾਬਾਸ਼ ਮਿਲੀ, ਉਹਨਾਂ ਨੂੰ ਪੂਰੇ ਗੁਰੂ ਤੋਂ ਸ਼ਾਬਾਸ਼ ਮਿਲੀ। ਜਿਨ੍ਹਾਂ ਨੇ ਸੱਚ ਦਾ ਵਪਾਰ ਕੀਤਾ, ਜਿਨ੍ਹਾਂ ਨੇ ਨਾਮ ਦਾ ਵਪਾਰ ਕੀਤਾ, ਭਾਵ ਜਿਨ੍ਹਾਂ ਨੇ ਆ ਕੇ ਤੇ ਨਾਮ ਜਪਿਆ। ਵਪਾਰ 'ਚ ਦੋਨੋਂ ਚੀਜ਼ਾਂ ਆਉਂਦੀਆਂ, ਖਰੀਦੀ ਦਾ ਵੀ ਹੈ ਅਤੇ ਵੇਚੀ ਦਾ ਵੀ ਹੁੰਦਾ। ਆਪਾਂ ਵਪਾਰੀ ਨਹੀਂ, ਆਪਾਂ ਸਿਰਫ ਖਰੀਦਦਾਰ ਹਾਂ। ਦੁਕਾਨਦਾਰ ਵਪਾਰੀ ਹੁੰਦੇ ਨੇ, ਉਹ ਸੌਦਾ ਕਿਤੋਂ ਖਰੀਦਦੇ ਵੀ ਨੇ, ਅੱਗੇ ਵੇਚਦੇ ਵੀ ਨੇ। ਅਸੀਂ ਤਾਂ ਸਿਰਫ ਖਰੀਦਦੇ ਹਾਂ, ਅਸੀਂ ਵੇਚਦੇ ਨਹੀਂ ਹਾਂ। ਇਸ ਲਈ ਅਸੀਂ ਵਪਾਰੀ ਨਹੀਂ ਹਾਂ, ਅਸੀਂ ਤਾਂ ਸਿਰਫ ਖਰੀਦਦਾਰ ਹਾਂ। ਅਸੀਂ ਤਾਂ ਨਾਮ ਦਾ ਸੌਦਾ ਖਰੀਦਣਾ ਹੈ। ਪਰ ਜਦ ਕਿ ਜਿੰਨੀ ਸੱਚ ਵਣਜਿਆ, ਜਿਨ੍ਹਾਂ ਨੇ ਸੱਚ ਦਾ ਵਪਾਰ ਕੀਤਾ, ਭਾਵ ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਨੇ ਦੂਜਿਆਂ ਤੋਂ ਨਾਮ ਜਪਵਾਇਆ, ਇਹ ਵਪਾਰ ਹੈ। ਗੁਰ ਪੂਰੇ ਸ਼ਾਬਾਸ਼, ਉਹਨਾਂ ਪੂਰੇ ਗੁਰੂ ਨੇ ਸ਼ਾਬਾਸ਼ ਮਿਲੀ। ਨਾਨਕ ਵਸਤ ਪਛਾਣ ਸੀ ਸੱਚ ਸੌਦਾ ਜਿਸ ਪਾਸ। ਜਿਸ ਵਿਅਕਤੀ ਕੋਲ ਸੱਚ ਦਾ ਸੌਦਾ ਹੈ, ਨਾਮ ਰੂਪੀ ਵਸਤੂ ਹੈ, ਜਦੋਂ ਅਸੀਂ ਪਰਮਾਤਮਾ ਕੋਲ ਜਾਵਾਂਗੇ ਉਹ ਸਾਡੇ ਸੌਦੇ ਨੂੰ ਪਹਿਚਾਣ ਲਏਗਾ ਵੀ ਇਹਦੇ ਕੋਲ ਨਾਮ ਦਾ ਸੌਦਾ ਹੈ, ਇਹ ਨਾਮ ਖੱਟ ਕੇ ਆਇਆ ਹੈ, ਇਹਦੇ ਕੋਲ ਨਾਮ ਦੀ ਰਾਸ਼ੀ ਹੈ, ਇਹ ਅਸਲੀ ਕੰਮ ਕਰਕੇ ਜਿਸ ਕੰਮ ਇਹਨੂੰ ਭੇਜਿਆ ਸੀ। ਆਮ ਬੰਦੇ ਨੂੰ ਨਹੀਂ ਪਤਾ ਸਾਨੂੰ ਮਨੁੱਖਾ ਜੀਵਨ ਕਿਉਂ ਮਿਲਿਆ, ਅਸੀਂ ਇੱਥੇ ਕੀ ਕਰਨਾ ਆ। ਇਹ ਤਾਂ ਜਿਹੜੇ ਧਾਰਮਿਕ ਬੰਦੇ ਹੋਏ ਸੰਸਾਰ ਸਤਯੁਗ ਤੋਂ ਲੈ ਕੇ ਕਲਯੁਗ ਤੱਕ ਅਜੇ ਤੱਕ, ਉਹਨਾਂ ਨੇ ਆ ਕੇ ਸਾਨੂੰ ਰੱਬੀ ਸੁਨੇਹਾ ਦਿੱਤਾ। ਅਸੀਂ ਤਾਂ ਰੱਬ ਨਾਲ ਗੱਲਾਂ ਹੀ ਨਹੀਂ ਕਰ ਸਕਦੇ। ਰੱਬ ਬੋਲਦਾ, ਸਾਨੂੰ ਸੁਣਦਾ ਨਹੀਂ, ਸਾਨੂੰ ਸੁਣਦਾ ਨਹੀਂ। ਇਸ ਲਈ ਸਾਨੂੰ ਪਤਾ ਨਹੀਂ ਰੱਬ ਕੀ ਕਹਿ ਰਿਹਾ। ਪਰ ਕੁਝ ਭਾਗਾਂ ਵਾਲੇ ਜੁੜੇ ਹੁੰਦੇ ਨੇ ਜਿਹੜੇ ਰੱਬ ਨੂੰ ਮਿਲਦੇ ਨੇ, ਫਿਰ ਰੱਬ ਉਹਨਾਂ ਨੂੰ ਆਪਣਾ ਸੁਨੇਹਾ ਦਿੰਦਾ ਬਈ ਜਾਓ ਜਾ ਕੇ ਸੰਸਾਰ ਨੂੰ ਆਹ ਮੇਰਾ ਸੁਨੇਹਾ ਦਿਓ। ਅਤੇ ਜਿੰਨੇ ਗੁਰੂ ਪੀਰ ਪੈਗੰਬਰ ਅਵਤਾਰ ਹੋਏ ਨੇ, ਉਹਨਾਂ ਨੇ ਆ ਕੇ ਪਰਮਾਤਮਾ ਦਾ ਸੁਨੇਹਾ ਹੀ ਦਿੱਤਾ ਹੈ। ਉਹਨਾਂ ਨੇ ਪਰਮਾਤਮਾ ਦਾ ਆ ਕੇ ਸਾਨੂੰ ਸੁਨੇਹਾ ਹੀ ਦਿੱਤਾ ਕਿ ਪਰਮਾਤਮਾ ਕਹਿੰਦਾ ਆਹ ਕਰੋ, ਆਹ ਨਾ ਕਰੋ। ਬਸ ਆਹੀ ਦੋ ਗੱਲਾਂ ਬਾਣੀ 'ਚ ਨੇ, ਆਹ ਕਰੋ, ਆਹ ਨਾ ਕਰੋ। ਬਾਣੀ ਧਿਆਨ ਨਾਲ ਪੜ੍ਹੋ, ਦੋ ਹੀ ਗੱਲਾਂ ਤੁਹਾਨੂੰ ਲੱਭਣਗੀਆਂ।
ਕੁਝ ਗੱਲਾਂ ਕਰਨ ਨੂੰ ਕਿਹਾ, ਕੁਝ ਤਾਂ ਸਾਨੂੰ ਰੋਕਿਆ ਹੋਇਆ ਹੈ, ਕੁਝ ਤਾਂ ਸਾਨੂੰ ਰੋਕਿਆ ਹੋਇਆ। ਸੋ ਜਿਹੜੀਆਂ ਗੱਲਾਂ ਕਰਨ ਨੂੰ ਕਿਹਾ ਹੈ ਉਹ ਕਰੀ ਜਾਣੀ ਹੈ, ਜਿਸ ਤੋਂ ਰੋਕਿਆ ਹੈ ਉਸ ਤੋਂ ਰੁਕ ਜਾਣਾ ਹੈ। ਬਸ ਗੁਰੂ ਵੀ ਖੁਸ਼, ਰੱਬ ਵੀ ਖੁਸ਼, ਸਮਾਜ ਵੀ ਖੁਸ਼, ਤੁਸੀਂ ਵੀ ਖੁਸ਼। ਜਿਸ 'ਤੇ ਗੁਰੂ ਖੁਸ਼, ਜਿਸ 'ਤੇ ਰੱਬ ਖੁਸ਼, ਉਸ 'ਤੇ ਸਮਾਜ ਖੁਸ਼ ਹੀ ਖੁਸ਼ ਹੈ। ਬਾਕੀ 100% ਤਾਂ ਕਦੇ ਕਿਸੇ 'ਤੇ ਕੋਈ ਖੁਸ਼ ਹੁੰਦਾ ਹੀ ਨਹੀਂ, 100% ਨਹੀਂ ਖੁਸ਼ ਹੋਇਆ ਕਰਦਾ। ਪਰ ਜੇ ਕੋਈ ਜਿਵੇਂ 90% ਵੋਟਾਂ ਲੈ ਕੇ ਜਿੱਤ ਜੇ ਤਾਂ ਬੱਲੇ 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 ਦੀ ਬੱਲੇ ਬੱਲੇ, 90% ਵੋਟਾਂ 10 ਨੇ ਨਹੀਂ ਪਾਈਆਂ, ਵਿਰੋਧੀਆਂ ਨੇ ਪਾਤੀਆਂ, 90% ਬਹੁਤ ਨੇ। ਇਸ ਲਈ ਗੁਰੂ ਮਹਾਰਾਜ ਕਹਿੰਦੇ ਨੇ, ਜਿਹਦੇ ਕੋਲ ਸੱਚਾ ਸੌਦਾ ਹੋਏਗਾ, ਜਿਸ ਕੋਲ ਨਾਮ ਦਾ ਸੌਦਾ ਹੋਏਗਾ, ਉਹ ਪਰਮਾਤਮਾ ਉਸ ਨਾਮ ਦੇ ਸੌਦੇ ਰੂਪੀ ਵਸਤੂ ਨੂੰ ਪਹਿਚਾਣ ਲਏਗਾ। ਸ਼੍ਰੀ ਰਾਗ ਮਹਿਲ ਪਹਿਲਾ, ਇਹ ਤੇ ਲੱਲੇ ਨੂੰ ਕਰਨਾ ਨਹੀਂ, ਮਹਿਲ ਮਹੱਲਾ ਮਹਿਲਾ ਇੱਕੋ ਹੀ ਮੀਨਿੰਗ ਹੈ। ਤਾਤ ਮਿਲੈ ਫੁਨ ਧਾਤ ਕੋ, ਸਿਫਤੀ ਸਿਫਤ ਸਮਾਏ, ਲਾਲ ਗੁਲਾਲ ਗਹਿਬਰਾ, ਸੱਚਾ ਰੰਗ ਚੜਾਓ, ਸੱਚ ਮਿਲੈ ਸੰਤੋਖੀਆਂ, ਹਰ ਜਪ ਏਕੈ ਪਾਏ। ਧਾਤ ਮਿਲੈ ਫੁਨ ਧਾਤ ਕੋ, ਇੱਕ ਧਾਤੂ ਜਿਹਨੂੰ ਮੈਟਲ ਕਹਿੰਦੇ ਨੇ, ਜਿਵੇਂ ਸੋਨਾ, ਚਾਂਦੀ, ਤਾਂਬਾ, ਇਹ ਸਾਰੀਆਂ ਧਾਤਾਂ ਨੇ। ਇੱਕ ਧਾਤ ਦੂਜੀ ਧਾਤ ਜੇ ਮਿਲ ਜਾਂਦੀ ਹੈ। ਇਸ ਤਰ੍ਹਾਂ ਸਿਫਤੀ ਸਿਫਤ ਸਮਾਏ, ਸਿਫਤ ਦੇ ਸਿਫਤ ਕਰਨ ਵਾਲਾ, ਜਿਹੜਾ ਪਰਮਾਤਮਾ ਦੀ ਸਿਫਤ ਕਰਨ ਵਾਲਾ ਹੈ, ਸਿਫਤ ਸਮਾਏ, ਉਹ ਸਿਫਤ ਕਰਦਾ ਕਰਦਾ ਪਰਮਾਤਮਾ ਦੇ ਵਿੱਚ ਹੀ ਸਮਾ ਜਾਂਦਾ ਹੈ। ਵਾਹਿਗੁਰੂ 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 ਕਰਦਾ ਕਰਦਾ ਵਾਹਿਗੁਰੂ ਦੇ ਵਿੱਚ ਹੀ ਲੀਨ ਹੋ ਜਾਂਦਾ। ਕਿੰਨੀ ਜ਼ਬਰਦਸਤ ਕਾਢ ਹੈ। ਮੈਂ ਕਿ ਬੈਠਾ ਸੋਚਦਾ ਵੀ ਹੈ, ਸਾਡੇ ਵੱਡੇ ਵਡੇਰੇ ਜੋ ਸੰਤ ਮਹਾਤਮਾ ਗੁਰੂ ਪੀਰ ਪੈਗੰਬਰ, ਉਹਨੇ ਸੰਸਾਰ 'ਚ ਗੁਰਮੰਤਰ ਦੀ ਕਿੰਨੀ ਜ਼ਬਰਦਸਤ ਕਾਢ ਕੱਢੀ ਹੈ। ਵੀ ਕੌਣ ਰੱਬ ਦੇ ਇੰਨੇ ਗੁਣ ਗਿਣਦਾ ਫਿਰੇ। ਗੁਰਮੰਤਰ ਦੇ ਵਿੱਚ ਹੀ ਸਾਰੇ ਪਰਮਾਤਮਾ ਦੇ ਗੁਣ ਨੇ। ਜਿਵੇਂ ਕਿ ਹਾਥੀ ਦੀ ਪੈੜ ਵਿੱਚ ਸਾਰੀਆਂ ਪੈੜਾਂ, ਬਸ ਵਾਹਿਗੁਰੂ ਵਾਹਿਗੁਰੂ ਕਹੀ ਜਾ। ਇਸ ਜਿਹੇ ਪਰਮਾਤਮਾ ਤੂੰ ਬੜਾ ਦਿਆਲੂ ਹੈ, ਤੂੰ ਬੜਾ ਕਿਰਪਾਲੂ ਹੈ, ਤੂੰ ਬੜਾ ਬਖਸ਼ਿੰਦ ਹੈ, ਤੂੰ ਫਲਾਣਾ ਹੈ, ਤੂੰ ਨਿਰਭਉ ਹੈ, ਤੂੰ ਨਿਰਵੈਰ ਹੈ, ਤੂੰ ਅਕਾਲ ਹੈ, ਤੂੰ ਸਾਹਿਬ ਹੈ। ਸਭ ਕੁਛ ਇਸ 'ਚ ਆ ਜਾਏਗਾ। ਬਸ ਨਾਮ ਜਪਦੇ ਰਹਿਣਾ। ਨਾਮ ਜਪਦਿਆਂ 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 ਉਹ ਨਾਮੀ ਵਾਲੇ ਸਾਡੇ 'ਚ ਗੁਣ ਪੈਦਾ ਹੋ ਜਾਣੇ। ਜਦੋਂ ਸਾਡੇ ਗੁਣ ਅਤੇ ਉਸ ਨਾਮੀ ਪਰਮਾਤਮਾ ਦੇ ਗੁਣਾਂ ਦਾ ਮੇਲ ਹੋ ਗਿਆ ਨਾ, ਫਿਰ ਸਾਡਾ ਆਪਸ ਵਿੱਚ ਮੇਲ ਹੋ ਜਾਏਗਾ। ਬਸ ਕਿੰਨੀ ਜ਼ਬਰਦਸਤ ਕਾਢ ਹੈ ਵੀ ਤੁਸੀਂ ਇੱਕ ਸ਼ਬਦ ਦੇ ਜਾਪ ਕਰਦੇ ਰਹਿਣਾ। ਬਸ ਇਹਨੇ ਇੱਕ ਸ਼ਬਦ ਨੇ ਹੀ ਸਭ ਕੁਛ ਤੁਹਾਡਾ ਕਰ ਦੇਣਾ। ਰਿਧੀਆਂ ਵੀ ਦੇਗਾ, ਸਿੱਧੀਆਂ ਵੀ ਦੇਗਾ, ਰੱਬ ਨਾਲ ਮਿਲਾਪ ਵੀ ਕਰਾਏਗਾ, ਕਿਸੇ ਚੀਜ਼ ਦੀ ਕਮੀ ਹੀ ਨਹੀਂ ਰਹਿਣ ਦਿੰਦਾ। ਜਦੋਂ ਮਨੁੱਖ ਨੂੰ ਰਿਧੀਆਂ ਸਿੱਧੀਆਂ ਪ੍ਰਾਪਤ ਨੇ, ਬੰਦਾ ਮਾਲੋ ਮਾਲ ਹੋ ਜਾਂਦਾ। ਹੁਣ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ, ਨਾ ਮਾਇਆ ਦੀ, ਨਾ ਆਦਰ ਮਾਣ ਸਤਿਕਾਰ ਦੀ। ਮਾਇਆ ਦਸੀ ਭਗਤਾਂ ਕੀ ਕਾਰ ਕਮਾਵੇ। ਮਾਇਆ ਨੌਕਰਾਣੀ ਬਣ ਕੇ ਸੰਤਾਂ ਮਹਾਤਮਾ ਦੀ ਸੇਵਾ ਕਰਦੀ ਹੈ। ਫਿਰ ਇਸ ਲਈ ਤਾਂ ਜਿਹਦੇ ਕੋਲ ਨਾਮ ਧਨ ਹੁੰਦਾ ਨਾ, ਉਹਦੇ ਕੋਲ ਸੰਸਾਰਕ ਧਨ ਵੀ ਹੁੰਦਾ। ਪਰ ਜਿਹਦੇ ਕੋਲ ਇਕੱਲਾ ਸੰਸਾਰਕ ਧਨ ਹੈ, ਉਸ ਕੋਲ ਨਾਮ ਧਨ ਨਹੀਂ ਹੁੰਦਾ। ਸੋ ਕੰਮ ਉਹ ਕਰਨਾ ਚਾਹੀਦਾ ਜਿਹਦੇ ਨਾਲ ਦੋਨੋਂ ਧਨ ਪ੍ਰਾਪਤ ਹੋ ਜਾਣ। ਸੰਸਾਰਕ ਧਨ ਤੋਂ ਬਿਨਾਂ ਵੀ ਸਾਡਾ ਗੁਜ਼ਾਰਾ ਨਹੀਂ, ਭੁੱਖੇ ਮਰ ਜਾਵਾਂਗੇ। ਇਹ ਤਾਂ ਸਾਰਿਆਂ ਨੂੰ ਪਤਾ ਹੈ। ਭਾਵੇਂ ਕਿ ਮਾਇਆ ਹੋਈ ਨਾਗਣੀ, ਜਗਤ ਰਹੀ ਲਪਟਾਏ, ਜੋ ਇਸ ਕੀ ਸੇਵਾ ਕਰੇ ਤਿਸੀ ਕੋ ਫਿਰ ਖਾਏ। ਮਾਇਆ ਦੀ ਸੇਵਾ ਕਰਨਾ ਹੋਰ ਹੈ, ਮਾਇਆ ਨੂੰ ਦਾਸੀ ਬਣਾ ਕੇ ਉਸ ਤੋਂ ਸੇਵਾ ਲੈਣਾ ਹੋਰ ਗੱਲ ਹੈ। ਅਸੀਂ ਮਾਇਆ ਦੇ ਨੌਕਰ ਨਹੀਂ ਬਣਨਾ, ਮਾਇਆ ਨੂੰ ਆਪਣਾ ਨੌਕਰ ਬਣਾਉਣਾ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਏ। ਭਗਤਾਂ ਦੀ ਮਾਇਆ ਦਾਸੀ ਹੋ ਜਾਂਦੀ ਹੈ,
ਅੱਜ ਮਾਇਆ ਸਾਡੀ ਮਾਲਕ ਹੈ, ਅਸੀਂ ਉਹਦੇ ਦਾਸ ਹੋ ਗਏ। ਉਹ ਜਿਵੇਂ ਕਹਿੰਦੀ ਉਵੇਂ ਫਿਰੀ ਜਾਂਦੇ। ਕਿਉਂਕਿ ਉਹ ਮਾਇਆ ਕਹਿੰਦੀ ਅੱਛਾ ਇਹਦੇ ਨਾਲ ਠੱਗੀ ਕਰ ਲੈ, ਅਸੀਂ ਠੱਗੀ ਕਰਦੇ। ਅੱਜ ਇਹਦੀ ਚੋਰੀ ਕਰ ਲੈ, ਅਸੀਂ ਉਹ ਚੋਰੀ ਕਰਨ ਤੁਰ ਜਾਂਦੇ। ਡਾਕੇ ਮਾਰ ਲੈ, ਅਸੀਂ ਮਾਇਆ ਦੇ ਮਗਲੇ ਡਾਕੇ ਮਾਰਦੇ ਰਹਿੰਦੇ ਹਾਂ। ਅਸੀਂ ਮਾਇਆ ਦੇ ਦਾਸ ਹਾਂ। ਇਹ ਉਲਟਾ ਹੋ ਜਾਏਗਾ। ਜਿਵੇਂ ਇੱਕ ਅਫਸਰ ਹੋਵੇ ਅਤੇ ਇੱਕ ਪੀਐਨ ਹੋਵੇ, ਅਤੇ ਕਿਸੇ ਕਾਰਨ ਪੀਐਨ ਅਫਸਰ ਦਾ ਵੀ ਅਫਸਰ ਲੱਗ ਜਾਏ ਤਾਂ ਦੇਖੋ ਕਿਆ ਬਾਤ ਹੈ ਫਿਰ। ਤੁਸੀਂ ਇਮੈਜਿਨ ਕਰਕੇ ਦੇਖੋ ਕਿ ਉਹ ਪੀਐਨ ਜਦ ਅਫਸਰ ਬੈਲ ਮਾਰਦਾ ਭੱਜਿਆ ਜਾਂਦਾ ਸੀ, ਅਤੇ ਉਹ ਹੁਣ ਉਹ ਅਫਸਰ ਹੋ ਗਿਆ, ਅਫਸਰ ਦਾ ਵੀ ਅਫਸਰ ਹੋ ਗਿਆ। ਅਤੇ ਜਦੋਂ ਉਹ ਅਫਸਰ ਨੂੰ ਸੱਦਾ ਭੱਜਿਆ ਹੁੰਦਾ ਅਫਸਰ, ਛੋਟਾ ਅਫਸਰ ਭੱਜੇ ਜਾਂਦੇ ਨਾ। ਇਸ ਤਰ੍ਹਾਂ ਦੀ ਹਾਲਤ ਪੈਦਾ ਹੋ ਜਾਂਦੀ। ਫਿਰ ਬੰਦੇ ਨੂੰ ਆਨੰਦ ਆਉਂਦਾ ਵੀ ਕਿਆ ਬਾਤ ਹੈ। ਕੱਲ੍ਹ ਜਿਨ੍ਹਾਂ ਦੇ ਮੈਂ ਜੀ ਕਰਦਾ ਤਰਲੇ ਕੱਢਦਾ ਸੀ, ਅੱਜ ਉਹ ਮੇਰੇ ਤਰਲੇ ਕੱਢਦੇ ਨੇ। ਅੱਜ ਮੇਰੇ ਤਰਲੇ ਕੱਢਦੇ ਨੇ। ਉਲਟ ਜਾਏਗਾ ਸਭ ਕੁਛ। ਇਹ ਸਭ ਕੁਛ ਉਲਟ ਜਾਏਗਾ। ਸਿਰ ਨਾਮ ਜਪਣ ਦੀ ਲੋੜ ਹੈ ਬਸ। ਬਾਕੀ ਤਾਂ ਉਸੇ ਤਰ੍ਹਾਂ ਅਸੀਂ ਕੰਮ ਧੰਦੇ ਕਰਦੇ ਰਹਿਣੇ ਨੇ। ਜੋ ਕੰਮ ਕਰ ਰਹੇ ਹੋ ਦਿਆਨਤਦਾਰੀ ਨਾਲ ਉਸ ਨੂੰ ਕਰੀ ਜਾਓ ਬਸ। ਉਹ ਤਾਂ ਕਰਨਾ ਹੀ ਕਰਨਾ। ਉਹ ਤਾਂ ਸਮਾਜਿਕ ਜ਼ਿੰਮੇਵਾਰੀ ਹੁੰਦੀ ਹੈ, ਨਿਭਾਉਣੀ ਹੁੰਦੀ ਹੈ। ਪਰ ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ, ਜਪੀ ਜਾਓ। ਮੰਗਤੇ ਤਾਂ ਤੁਸੀਂ ਦਾਤੇ ਹੋ ਜਾਓਗੇ, ਨੌਕਰ ਤੋਂ ਤੁਸੀਂ ਮਾਲਕ ਹੋ ਜਾਓਗੇ। ਜਿਹਦੇ ਤੁਸੀਂ ਅੱਗੇ ਜੀ ਕਰਦੇ ਹੋ ਤੁਹਾਡੇ ਅੱਗੇ ਜੀ ਕਰੇਗਾ। ਆਨੰਦ ਹੀ ਉਦੋਂ ਜ਼ਿੰਦਗੀ ਦਾ ਹੈ। ਕਿਉਂ ਆ ਗਏ ਨਾ ਜੀ ਤੇ। ਇਹ ਨਾਮ ਦੀ ਤਾਕਤ ਹੈ। ਕਿਤੇ ਅਵਲੀ ਵਾਲੀ ਸੰਗਤ ਨੂੰ ਸਮਝ ਆ ਜੇ, ਇਹ ਲੱਗ ਜੇ। ਲੰਗਰ ਲੰਗੋਟੇ ਕੱਸ ਕੇ ਨਾ ਲੱਗਣਾ ਪੈਂਦਾ ਫਿਰ। ਹਾਲਾਂਕਿ ਫਲਾਣੇ ਲੰਗਰ ਲੰਗੋਟੇ ਕੱਸ ਕੇ ਲੱਗ ਗਿਆ ਕੰਮ ਨੂੰ। ਹਾਂਜੀ, ਇਹ ਲੱਗਣਾ ਪੈਂਦਾ। ਇਹ ਮਨ ਬੜਾ ਖੋਟਾ ਹੈ ਅਤੇ ਹਾਲਾਤ ਜਿਹੜੇ ਨੇ ਉਹ ਹੋਰ ਤਰ੍ਹਾਂ ਦੇ ਨੇ। ਇਹ ਘੰਟੇ ਨੂੰ ਮੇਰੀਆਂ ਸਾਰੀਆਂ ਗੱਲਾਂ ਭੁਲਾ ਭਲੂ ਦੇਣੀਆਂ ਤੁਹਾਨੂੰ। ਹਾਂਜੀ, ਇਹ ਕੱਲ੍ਹ ਨੂੰ ਫਿਰ ਦੁਹਰਾਉਣੀਆਂ ਪੈਣੀਆਂ ਨੇ। ਇਹ ਰੋਜ਼ ਦੁਹਰਾਉਣੀਆਂ ਪੈਣੀਆਂ ਵੀ ਸ਼ਾਇਦ ਕੋਈ ਗੱਲ ਸਾਡੀ ਕਦੇ ਬਣ ਜਾਵੇ। ਇਹ ਵਾਰੀ ਰਿਪੀਟ ਕਰਨੀਆਂ ਪੈਂਦੀਆਂ ਉਹੀ ਗੱਲਾਂ। ਬਾਣੀ 'ਚ ਉਹੀ ਗੱਲਾਂ ਵਾਰੀ ਰਿਪੀਟ ਕੀਤੀਆਂ। ਉਹੀ ਗੁਰੂ ਨਾਨਕ ਨੇ ਕਹੇ, ਉਹੀ ਗੁਰੂ ਅੰਗਦ ਦੇਵ ਨੇ, ਉਹੀ ਸਾਰੇ ਗੁਰੂ ਨੇ ਕਹੇ, ਉਹੀ ਭਗਤਾਂ ਨੇ ਕਹੀਆਂ ਨੇ। ਵਾਰੀ ਉਹਨੇ ਰਿਪੀਟ ਕੀਤਾ ਵੀ ਕਿਸੇ ਤਰ੍ਹਾਂ ਕਿ ਕਿਸੇ ਨੂੰ ਗੁਰੂ ਨਾਨਕ ਦੀ ਗੱਲ ਦਿਮਾਗ 'ਚ ਬਹਿ ਜਾਏ। ਉਹ ਨਹੀਂ ਬਹਿੰਦੀ ਗੁਰੂ ਅੰਗਦ ਦੇਵ ਤੀਜੇ ਦੀ ਬਹਿ ਜਾਏ, ਚੌਥੇ ਦੀ, ਪੰਜਵੀਂ, ਭਗਤਾਂ ਦੀ ਕਿਸੇ ਦੇ ਦਿਮਾਗ 'ਚ ਗੱਲ ਬਹਿ ਜਾਏ। ਗੱਲ ਤਾਂ ਉਹ ਇੱਕੋ ਹੀ ਹੈ। ਗੱਲ ਤਾਂ ਇੱਕੋ ਹੀ ਹੈ। ਵਿਚਾਰ ਸਾਰੀ ਗੁਰਬਾਣੀ ਸਭ ਭਗਤਾਂ ਦੇ, ਸਭ ਬਾਕੀ ਗੁਰੂ ਨਾਨਕ ਦੇਵ ਜੀ ਵਾਲੇ ਵਿਚਾਰ ਨੇ। ਵਿਚਾਰਾਂ 'ਚ ਵਖਰੇਵਾਂ ਨਹੀਂ ਹੈ, ਬਸ ਸ਼ਬਦਾਂ 'ਤੇ ਕਹਿਣ ਢੰਗ 'ਚ ਵਖਰੇਵਾਂ। ਵਿਚਾਰ ਉਹੀ ਨੇ, ਥੀਮ ਉਹੀ ਹੈ ਸਭ ਦਾ। ਸੋ ਗੁਰੂ ਮਹਾਰਾਜ ਕਹਿੰਦੇ ਤਾਤ ਮਿਲੇ ਫੁਨ ਤਾਤ ਕੋ, ਸਿਫਤੀ ਸਿਫਤ ਸਮਾਈ। ਧਾਤ ਜਿਹੜੀ ਹੈ ਧਾਤ ਨਾਲ ਮਿਲ ਜਾਂਦੀ ਹੈ, ਅਤੇ ਸਿਫਤ ਹੀ ਜਿਹੜਾ ਹੈ ਉਹ ਸਿਫਤ ਕਰਦਾ ਪਰਮਾਤਮਾ ਵਿੱਚ ਮਿਲ ਜਾਂਦਾ ਹੈ। ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ। ਲਾਲ ਗੁਲਾਲ ਕਈ ਵਾਰੀ ਇਕੱਠੇ ਸ਼ਬਦ ਵਰਤੇ। ਲਾਲ ਸੁਰਖ ਜਿਵੇਂ ਕਹਿੰਦੇ, ਗਹਿਬਰਾ ਦਾ ਗੂੜਾ, ਫਿਰ ਉਹਨੂੰ ਗੂੜਾ ਲਾਲ ਅਤੇ ਸੱਚਾ ਰੰਗ ਸਦਾ ਰਹਿਣ ਵਾਲਾ ਰੰਗ ਚੜ੍ਹਦਾ। ਹਲਕਾ ਬੜੇ ਚਿਹਰੇ 'ਤੇ ਲਾਲੀਆਂ ਨੇ ਜੀ। ਨਾਮ ਜਪਦਿਆਂ ਸਾਡਾ ਚਿਹਰਾ ਦਿਨੋਂ ਦਿਨ ਸੁੰਦਰ ਹੋ ਹੀ ਜਾਣਾ ਹੈ, ਕਿਉਂਕਿ ਪਰਮਾਤਮਾ ਸੁੰਦਰ ਹੈ। ਜੋ ਤੁਸੀਂ ਨਾਮ ਜਪੀ ਗਏ ਤੁਸੀਂ ਵੀ ਸੁੰਦਰ ਹੋ ਜਾਓਗੇ। ਉਹਦੇ ਵਾਲੇ ਗੁਣ ਤਾਂ ਆਉਣਾ ਹੀ ਆਉਣਾ। ਫਿਰ ਕਰੀਮਾਂ ਪਾਊਡਰਾਂ ਦੀ ਲੋੜ ਨਹੀਂ, ਵੈਸੇ ਸੁੰਦਰ ਹੋ ਜਾਓਗੇ। ਸੋ ਪਰਮਾਤਮਾ ਵਾਲੇ ਗੁਣ ਬੰਦੇ 'ਚ ਪੈਦਾ ਹੋ ਜਾਂਦੇ ਨੇ। ਇਹ ਸਹਿਜ ਸੁਭਾਈ ਉਹ ਸੁੰਦਰ ਹੋ ਹੀ ਜਾਂਦਾ ਹੈ। ਇੱਕ ਮਹਾਂਪੁਰਖ ਸੁਣਾਇਆ ਕਿ ਸਾਡੇ ਨਾਲ ਸੰਥਿਆ ਲੈਂਦਾ ਸੀ ਟਕਸਾਲ 'ਚ। ਕਹਿੰਦੇ ਉਹ ਅਤੀ ਕਾਲਾ ਸੀ। ਅਸੀਂ ਉਹਦੇ ਨਾਂ ਹੀ ਕਾਲੂ ਰੱਖ ਲਿਆ। ਉਹ ਵੀ ਕਹਿੰਦੇ ਵੀ ਠੀਕ ਹੈ, ਮੈਂ ਕਾਲਾ, ਮੈਨੂੰ ਕਾਲੂ ਕਹਿੰਦੇ। ਕਹਿੰਦੇ 15 ਕੁ ਸਾਲਾਂ ਬਾਅਦ ਮੇਰਾ ਉਹਦੇ ਨਾਲ ਮੇਲ ਹੋ ਗਿਆ। ਉਹਦੇ ਲਾਲ ਸੁਰਖ, ਮੈਂ ਹੱਕਾ ਬੱਕਾ ਰਹਿ ਗਿਆ ਵੀ ਇਹਦੇ ਕਾਲਾ ਸ਼ਾਹ ਹੁੰਦਾ ਸੀ। ਫਿਰ ਪਤਾ ਲੱਗ ਗਿਆ ਅਤੇ ਦਿਨ ਰਾਤ ਭਜਨ ਬੰਦਗੀ ਕਰਦਾ ਸੀ। ਭਜਨ ਬੰਦਗੀ ਕਰਦਾ ਗੋਰਾ ਹੋਈ ਗਿਆ। ਉਹ ਸਾਡੇ ਤੋਂ ਵੀ ਕਿਤੇ ਵੱਧ ਗੋਰਾ ਹੋ ਗਿਆ। ਜਿਹੜੇ ਗੋਰੇ ਉਹਨੂੰ ਕਾਲੂ ਕਹਿੰਦੇ ਸਨ ਨਾ, ਅਸੀਂ ਉਹਦੇ ਸਾਹਮਣੇ ਕਾਲੇ ਹੋ ਗਏ।
ਇਹ ਨਾਮ ਬਾਣੀ ਹੈ। ਨਾਮ ਬਾਣੀ ਇੱਕ ਕ੍ਰਿਸ਼ਮਾ ਹੈ। ਹਾਂਜੀ, ਇਹ ਮਿਰਾਕਲ ਹੈ, ਮਿਰਾਕਲ। ਜਿਵੇਂ ਇੱਕ ਬੀਬੀ ਨੂੰ ਡਾਕਟਰ ਨੇ ਜਵਾਬ ਦਿੱਤਾ, ਤੇਰੇ ਬੱਚਾ ਹੋ ਹੀ ਨਹੀਂ ਸਕਦਾ। ਅਮਰੀਕਾ ਦੇ ਵੱਡੇ ਵੱਡੇ ਹਸਪਤਾਲ ਨੇ ਜਵਾਬ ਦਿੱਤਾ, ਤੇਰੇ ਨਹੀਂ ਹੋ ਸਕਦਾ। ਚਲੋ ਨਿਰਾਸ਼ ਹੋ ਗਏ। ਕਿਸੇ ਨੇ ਕਿਹਾ ਵੀ ਮੇਰਾ ਟੈਲੀਫੋਨ ਨੰਬਰ ਦਿੱਤਾ, ਵੀ ਉਹਨਾਂ ਨਾਲ ਕਰਕੇ ਦੇਖ ਲਾ ਵੀ ਜੇ ਕੋਈ ਗੱਲ ਬਣ ਜਾਏ। ਮੈਂ ਹੁਕਮਨਾਮਾ ਲਿਆ, ਉਸ 'ਚ ਯੈਸ ਆ ਗਈ। ਉਹਨਾਂ ਮੈਨੂੰ ਇਹ ਨਹੀਂ ਦੱਸਿਆ ਵੀ ਡਾਕਟਰ ਨੇ ਸਾਨੂੰ ਜਵਾਬ ਦੇ ਦਿੱਤਾ ਵੀ ਨਹੀਂ ਹੋ ਸਕਦਾ, ਨਹੀਂ ਤਾਂ ਅਗਲਾ ਉਂਝ ਫਿਰ ਅੱਟਾ ਸੱਟਾ ਕਹਿੰਦਾ ਹਾਂ ਵੀ ਨਹੀਂ ਹੁੰਦਾ ਨਾ, ਇਹ ਨਹੀਂ ਦੱਸਿਆ ਉਹਨੂੰ। ਮੈਂ ਜੇ ਬੱਚਾ ਹੋ ਸਕਦਾ ਹੈ, ਤੁਸੀਂ ਇਹ ਪਾਠ ਕਰੋ। ਦੂਜੇ ਚਲੀ ਹੀ ਜਾ ਕੇ ਪ੍ਰੈਗਨੈਂਸੀ ਹੋ ਗਈ। ਹੁਣ ਜਾ ਕੇ ਸੁਣਿਆ ਜੀ ਬੜੀ ਕਿਰਪਾ ਹੋ ਗਈ ਹੈ ਜੀ ਗੁਰੂ ਮਹਾਰਾਜ ਦੀ, ਵੀ ਪ੍ਰੈਗਨੈਂਟ ਹੋ ਗਈ। ਮੈਂ ਫਿਰ ਪਾਠ ਬਦਲਤਾ ਵੀ ਤਾਂ ਜੋ ਅਬੋਰਸ਼ਨ ਨਾ ਕਿਤੇ ਹੋ ਜਾਏ, ਕਿਉਂਕਿ ਕਿੰਨੇ ਸਾਲਾਂ ਬਾਅਦ ਜਾਂ ਪ੍ਰੈਗਨੈਂਸੀ ਹੋਣੀ ਸੀ, ਅਬੋਰਸ਼ਨ ਹੋ ਜਾਂਦਾ, ਖਤਰਾ ਹੁੰਦਾ ਹੈ। ਪਾਠ ਬਦਲਤਾ, ਲੜਕੀ ਹੋਈ ਉਹਨਾਂ ਦੇ ਸਮੇਂ 'ਤੇ ਜਾ ਕੇ। ਜਦ ਲੜਕੀ 40 ਕੁ ਦਿਨਾਂ ਦੀ ਹੋ ਗਈ ਨਾ, ਉਹ ਲੜਕੀ ਲੈ ਕੇ ਉਹਨਾਂ ਡਾਕਟਰਾਂ ਕੋਲ ਗਏ ਜਿਹੜੇ ਕਹਿੰਦੇ ਸੀ ਬੀਬੀ ਤੇਰੇ ਬੱਚਾ ਹੋ ਹੀ ਨਹੀਂ ਸਕਦਾ। ਔਰ ਡਾਕਟਰ ਹੱਕੇ ਬੱਕੇ ਰਹਿ ਗਏ, ਅਤੇ ਇੱਕ ਡਾਕਟਰ ਕਹਿੰਦਾ ਇਹ ਤਾਂ ਮਿਰਾਕਲ ਹੋ ਗਿਆ ਹੈ, ਇਹ ਤਾਂ ਮਿਰਾਕਲ ਹੋ ਗਿਆ ਹੈ। ਸੋ ਇਹ ਦਾਤੇ ਦੇ ਰੰਗ ਨੇ, ਜਿਹਨੂੰ ਭਾਗ ਲਾਉਣਾ ਲਾ ਦੇਣੇ ਨੇ ਬਸ। ਸੋ ਇਸ ਲਈ ਇਹ ਨਾਮ ਬਾਣੀ ਇਹ ਮਿਰਾਕਲ ਹੈ, ਇਹ ਜਾਦੂ ਹੈ। ਕਹਿੰਦੇ ਜਾਦੂ ਹੋ ਗਿਆ। ਸੋ ਇਸ ਲਈ ਕਿਉਂਕਿ ਬਾਣੀ ਬੇਅੰਤ ਸ਼ਕਤੀਆਂ ਦੀ ਮਾਲਕ ਹੈ। ਅਸੀਂ ਇਹਦਾ ਨਾ ਪ੍ਰੈਕਟੀਕਲ ਨਹੀਂ ਕਰਦੇ ਪੂਰੇ ਦਿਲ ਲਾ ਕੇ, ਨਹੀਂ ਤਾਂ ਫਿਰ ਪਤਾ ਲੱਗ ਜਾਏ ਵਾਕਈ ਕਿੰਨੀ ਸ਼ਕਤੀ ਹੈ ਇਹ ਬਾਣੀ ਦੇ ਵਿੱਚ। ਬਾਣੀ ਜ਼ਿੰਦਗੀਆਂ ਬਦਲ ਕੇ ਰੱਖਦੀ ਹੈ। ਬੀਬੀ ਕਹਿੰਦੇ ਸਾਡਾ ਘਰ ਵਾਲਾ ਸਾਡੇ ਨਾਲ ਲੜਦਾ ਜੀ, ਮੈਂ ਪਾਠ ਤਾਂ ਦੇਣਾ, ਇੱਕ ਸ਼ਰਤ ਹੈ ਤੂੰ ਨਹੀਂ ਲੜਨਾ ਅੱਗੇ ਤੋਂ। 40 ਦਿਨ ਦਾ ਮੈਂ ਪਾਠ ਦੇਵਾਂਗਾ, ਉਹ ਤੈਨੂੰ ਜੋ ਮਰਜ਼ੀ ਕਹੀ ਜਾਏ, ਤੂੰ ਅੱਗੋਂ ਕੁਛ ਨਹੀਂ ਕਹਿਣਾ, ਤੂੰ ਜੋ ਕਹਿਣਾ ਮੈਂ ਤੈਨੂੰ ਪਾਠ ਦੇਣ ਲੱਗਾ। ਉਸ ਗੁਰੂ ਨੂੰ ਬੇਨਤੀ ਕਿ ਸੱਚੇ ਪਾਤਸ਼ਾਹ ਨੂੰ ਸਮਤ ਬਖਸ਼ੇ, ਇਹ ਲੜਨੋਂ ਹਟ ਜੇ। ਮੈਂ ਜੇ ਤੂੰ ਅੱਗੋਂ ਬੋਲੀ ਨਾ, ਫਿਰ ਮੇਰੇ ਕੋਈ ਗਰੰਟੀ ਨਹੀਂ ਹੈਗੀ। ਫਿਰ ਗੁਰੂ ਮਹਾਰਾਜ ਚੰਗਾ ਤੂੰ ਹੀ ਲਾ ਲੈ ਜ਼ੋਰ। ਮੈਂ ਵੀ ਤੂੰ ਜ਼ੋਰ ਲਾ ਕੇ ਥੱਕ ਗਈ ਹੈ ਨਾ, ਤਾਂ ਹੀ ਆਈ ਹੈ ਨਾ। ਮੈਂ ਹਟਣਾ ਨਹੀਂ, ਤੂੰ ਆਦਤ ਹੁੰਦੀ ਟੋਕ ਟਕਾਈ ਕਰਨ ਦੀ। ਇਹ ਬੀਬੀਆਂ ਨੂੰ ਟੋਕ ਟਕਾਈ ਕਰਨ ਦੀ ਆਦਤ ਹੈ। ਮੈਂ ਤੂੰ ਹਟਣਾ ਨਹੀਂ, ਤੈਨੂੰ ਜੇ ਤੂੰ 39 ਦਿਨ ਵੀ ਟੋਕ ਟਕਾਈ ਕੀਤੀ, 39ਵੇਂ ਦਿਨ 40 ਦਿਨ ਮੁੜ ਕੇ ਪਾਠ ਕਰਨਾ ਪੈਣਾ, ਇਹ ਤੇਰੀ ਮਰਜ਼ੀ ਹੈ। ਤਾਂ ਪਾਠ ਲੈ ਕੇ ਜਾਈ। ਕਈਆਂ ਨੂੰ ਭੁੱਲ ਭੁਲਾ ਜਾਂਦਾ, ਫਿਰ ਟੋਕ ਦਿੰਦੀ। ਮੈਂ ਤੂੰ ਤੇ ਜ਼ੋਰ ਲਾ ਹੀ ਲਿਆ, ਹੁਣ ਕਿਆ ਫਾਇਦਾ। ਹੁਣ ਗੁਰੂ ਮਹਾਰਾਜ ਬੇਨਤੀ ਕਰ, ਸੱਚੇ ਪਾਠ ਕਰ ਸਵਾ ਘੰਟਾ, ਅਤੇ ਗੁਰੂ ਨਾਨਕ ਨੂੰ ਬੇਨਤੀ ਕਰ ਵੀ ਇਹਨੂੰ ਸਮਤ ਬਖਸ਼। ਅਤੇ ਗੁਰੂ ਮਹਾਰਾਜ ਕੀ ਦੇ ਰਹੇ ਹੋ, ਅੰਦਰ ਘੁੰਡੇ ਰੋੜ ਦੇਣਗੇ, ਉਹ ਅਤੇ ਸਮਤ ਦੇ ਦੇਣਗੇ। ਅਤੇ ਜਿਹੜੀ ਵਾਕਈ ਇਸ ਗੱਲ 'ਤੇ ਪਹਿਰਾ ਦਿੰਦੀ ਹੈ 40 ਦਿਨ, ਹਾਂਜੀ 50% ਫਰਕ ਪੈ ਗਿਆ। ਮੈਂ ਬੀਬੀ ਇੱਕ ਹੋਰ ਚਲੀ ਹੈ ਕਰ ਲੈ, 100 ਠੀਕ ਹੋ ਜਾਏਗਾ, ਲੜਨਾ ਹਟ ਜਾਏਗਾ, ਹਟ ਜਾਏਗਾ। ਬਾਣੀ ਨੇ ਸੁਭਾਅ ਬਦਲ ਦੇਣਾ। ਤੁਸੀਂ ਦੇਖੋ ਨਾ, ਜਦੋਂ ਦਸਮ ਪਾਤਸ਼ਾਹ ਨੇ ਅੰਮ੍ਰਿਤ ਛਕਾਇਆ, ਜੇ ਉਹ ਸਿਰਫ ਪਾਣੀ ਦੇ ਵਿੱਚ ਪਤਾਸੇ ਘੋਲੀ ਜਾਂਦੇ ਖੰਡੇ ਨਾਲ, ਉਹ ਅੰਮ੍ਰਿਤ ਨਹੀਂ ਸੀ ਬਣਨਾ, ਉਹ ਸ਼ਰਬਤ ਹੋਣਾ ਸੀ। ਪਰ ਜਦੋਂ 5 ਬਾਣੀਆਂ ਉਹਨਾਂ ਨੇ ਪੜ੍ਹੀਆਂ ਨਾ ਪਾਣੀ ਵੱਲ ਮੂੰਹ ਕਰਕੇ, ਉਹ ਪਾਣੀ ਅੰਮ੍ਰਿਤ ਹੋ ਗਿਆ। ਬਾਣੀਆਂ ਨੇ ਪਾਣੀ ਦਾ ਸੁਭਾਅ ਹੀ ਬਦਲਤਾ। ਜਦੋਂ ਪਾਣੀ ਦਾ ਸੁਭਾਅ ਬਦਲ ਗਿਆ, ਫਿਰ ਜਿਸ ਨੇ ਉਹ ਪਾਣੀ ਪੀਤਾ ਉਹਦਾ ਵੀ ਸੁਭਾਅ ਬਦਲ ਗਿਆ, ਉਹ ਬਦਲ ਗਿਆ। ਐਵੇਂ ਨਹੀਂ ਲੋਕ ਚੁਲੇ ਲੈਂਦੇ ਸਰੋਵਰਾਂ 'ਚ ਜਾ ਕੇ, ਨੁਕਤਾਚੀ ਨਹੀਂ ਕਰਨਾ, ਜੋ ਮਰਜ਼ੀ ਕਰੇ, ਗੰਦਾ ਪਾਣੀ ਹੁੰਦਾ, ਫਲਾਣਾ ਹੁੰਦਾ ਜੀ। ਨਹੀਂ, ਸਾਰਾ ਦਿਨ ਰਾਤ ਕੀਰਤਨ ਹੁੰਦਾ ਰਹਿੰਦਾ ਹੈ, ਕਥਾ ਵਾਰਤਾ ਬਾਣੀ ਹੁੰਦੀ ਰਹਿੰਦੀ ਹੈ, ਉਹ ਪਾਣੀ 'ਚ ਪ੍ਰਵੇਸ਼ ਕਰਦੀ ਹੈ। ਬਾਣੀ ਪਾਣੀ ਦੇ ਸੁਭਾਅ ਨੂੰ ਬਦਲ ਦਿੰਦੀ ਹੈ। ਮੈਂ ਕਈ ਵਾਰੀ ਕਹਿੰਦਾ, ਮੈਂ ਦੇਖੋ ਧਿਆਨ ਦੇਣਾ, ਜਿਸ ਬਾਣੀ ਦੇ ਤੁਸੀਂ ਪਾਠ ਕਰੋਗੇ ਨਾ, ਉਹਦਾ ਸਵਾਦ ਬਦਲ ਜਾਣਾ। ਤੁਹਾਡਾ ਘਰ ਵਾਲਾ ਕਹੂਗਾ ਇਹ ਸਵਾਦ ਹੋਰ ਦਾ ਪਾਣੀ ਦਾ, ਉਹਨੂੰ ਕਹਿੰਦੇ ਨਹੀਂ ਪਿਆ ਆਰ ਊਰ ਦਾ ਹੋ ਗਿਆ, ਉਹਨੇ ਟਾਲ ਟੂਲ ਦੇ ਕਿਸੇ ਬੰਨੇ, ਇਹਦਾ ਸਵਾਦ ਬਦਲ ਜਾਣਾ। ਮੈਂ ਜੇ ਤੁਸੀਂ 2 ਘੁੱਟ ਪੀ ਕੇ ਵੇਲੇ ਤੁਹਾਨੂੰ ਪਤਾ ਲੱਗ ਜਾਵੇ, ਹਾਂ ਜਿਹੜਾ ਉਂਝ ਸੀ ਪਾਠ ਤੋਂ ਬਿਨਾਂ ਪਾਣੀ ਅਤੇ ਇਹ ਪਾਠ ਵਾਲਾ ਪਾਣੀ ਸਵਾਦ 'ਚ ਫਰਕ ਹੈ, ਸਵਾਦ ਬਦਲਣਾ।
ਬਾਣੀ ਨੇ ਪਾਣੀ ਦਾ ਸੁਭਾਅ ਬਦਲ ਦੇਣਾ ਹੈ, ਅਤੇ ਜਿਹੜਾ ਪਾਣੀ ਪੀਏਗਾ ਉਹਦਾ ਅੱਗੇ ਸੁਭਾਅ ਬਦਲ ਜਾਣਾ ਹੈ, ਬਸ ਉਹਦਾ ਬਦਲ ਜਾਣਾ। ਬਾਣੀ ਦਾ, ਨਾਮ ਦਾ, ਦੋ ਚੀਜ਼ਾਂ 'ਤੇ ਸਭ ਤੋਂ ਵੱਧ ਅਸਰ ਹੁੰਦਾ। ਮਹਾਂਪੁਰਖ ਕਹਿੰਦੇ ਸੀ ਪਾਣੀ 'ਤੇ ਅਤੇ ਮਿੱਟੀ 'ਤੇ। ਮਹਾਂਪੁਰਖ ਪਹਿਲਾਂ ਭੁੰਜੇ ਬੈਠਿਆ ਕਰਦੇ ਸਨ। ਪੁਰਾਣੇ ਜਿਹੜੇ ਸਨ ਧਰਤੀ 'ਤੇ ਬੈਠ ਕੇ ਭਜਨ ਬੰਦੀ ਕੇ ਧਰਤੀ ਪਵਿੱਤਰ ਕਰ ਦਿੰਦੇ ਸਨ। ਭਾਵ ਧਰਤੀ ਦਾ ਸੁਭਾਅ ਬਦਲ ਗਿਆ, ਹੋਰ ਕੀ ਹੈ। ਉਹ ਧਰਤੀ ਪੂਜਣ ਯੋਗ ਹੋ ਗਈ ਹੈ। ਬੈਠੇ ਉਹਨੂੰ ਉਹ ਨਾਮ ਜਪੀ ਗਏ, ਨਾਮ ਜਪੀ ਗਏ, ਮਿੱਟੀ 'ਚ ਨਾਮ ਪ੍ਰਵੇਸ਼ ਹੋ ਹੀ ਗਿਆ। ਮਿੱਟੀ ਦਾ ਸੁਭਾਅ ਹੀ ਬਦਲ ਦਿੱਤਾ। ਜਿਹੜਾ ਮਿੱਟੀ ਚੱਕ ਕੇ ਮੱਥੇ 'ਤੇ ਲਾਉਂਦਾ ਉਹ ਕਿਸਮਤਾਂ ਬਦਲ ਦਿੰਦੇ ਹੈ, ਉਹ ਕਿਸਮਤਾਂ ਬਦਲ ਦਿੰਦੇ। ਉਹ ਕਿਸਮਤ ਜਿਵੇਂ ਜਦੋਂ ਸਾਡੇ ਕੋਲ ਨਾਮ ਬਹੁਤ ਜ਼ਿਆਦਾ ਹੋ ਜਾਏਗਾ, ਸਾਡੇ ਅੰਗ ਅੰਗ ਦੇ ਵਿੱਚ ਨਾਮ ਸ਼ਕਤੀ ਹੋਵੇਗੀ। ਤੁਸੀਂ ਕਿਤੇ ਮੱਥੇ 'ਤੇ ਅੰਗੂਠਾ ਫੇਰਤਾ, ਉਹਦੀ ਰੇਖਾ ਹੀ ਮਿਟਾਤੀ, ਚੱਲ ਭਾਈ, ਇੰਨੀ ਸ਼ਕਤੀ ਆ ਜਾਂਦੀ ਹੈ। ਇਹ ਨਾਮ ਬਾਣੀ 'ਚ ਇੰਨੀ ਸ਼ਕਤੀ ਹੈ। ਸੋ ਇਸ ਲਈ ਆ ਸੁਣ ਕੇ ਤਾਂ ਬੜਾ ਹੋਣਾ ਵੀ ਚੱਕ ਫਟੇ ਦੇਣੇ ਨੇ। ਹੁੰਦਾ ਤਾਂ ਕਿਰਪਾ ਕਰ ਆਪਾਂ ਲੱਗੇ ਰਹੀਏ। ਜਿਵੇਂ ਮਾਨ ਸਾਹਿਬ, ਮੈਂ, ਰਘੁਵੀਰ ਸਿੰਘ ਜੀ ਨੇ, ਗਿਆਨ ਸਿੰਘ ਹਰੀ ਨੇ, ਵੇਲੜੀ ਹੈ, ਸਰਕਾਰ ਪਾਲ ਰਹੀ ਹੈ ਸਾਨੂੰ। ਮਿਸੇ ਦੇ ਕਹਿਣਗੇ ਆਪਾਂ ਕਹਿੰਦਾ ਕੋਈ ਵੱਡੇ ਭਾਗ ਸਾਡੇ ਵੱਡੇ ਕਰਮ ਕੀਤੇ ਪਿਛਲੇ ਜਨਮਾਂ 'ਚ ਸਰਕਾਰੀ ਨੌਕਰੀ ਮਿਲ ਗਈ। ਕਹਿੰਦੇ ਕੋਈ ਕਿੰਨੇ ਸਾਲ ਰਿਟਾਇਰ ਹੋ ਗਏ। ਜੇ ਪੈਨਸ਼ਨ ਨਾ ਹੁੰਦੀ ਕੀ ਕਰਦੇ ਵੀ ਬੁੜੇ, ਕੀ ਕਰਦੇ। ਕਹਿੰਦੇ ਹੁਣ ਇਹ ਤਾਂ ਨਹੀਂ ਫਿਕਰ ਕੋਈ ਰੋਟੀ ਪਾਣੀ ਦਾ, ਤਾਂ ਉਹ ਤਾਂ ਮਰਨ ਤੱਕ ਮਿਲ ਹੀ ਜਾਣਾ ਹੈਗਾ। ਸੋ ਇਸ ਲਈ ਹੁਣ ਸਾਨੂੰ ਰੋਟੀ ਪਾਣੀ ਦਾ ਕੋਈ ਫਿਕਰ ਨਹੀਂ। ਅਤੇ ਦਿਨੋਂ ਦਿਨ ਜਿਉਂ ਬੁੱਢੇ ਹੋਵਾਂਗੇ ਫਿਰ ਹਾਏ ਕਰਾਂਗੇ, ਹੋਰ ਕੀ। ਕਿਤੇ ਲੱਤ ਦੁਖੇ, ਕਿਤੇ ਗਿੱਡਾ, ਕਿਤੇ ਗੋਡਾ, ਕਿਤੇ ਮੋਢਾ। ਹੁਣ ਅੱਜ ਜਿੰਨਾ ਚਿਰ ਸਰੀਰ ਚੱਲਦਾ ਉਹਨਾਂ ਚਿਰ ਇਸ ਤੋਂ ਕੰਮ ਲੈਣਾ ਹੈ, ਲਾਭ ਉਠਾ ਲੈਣਾ ਹੈ, ਤਾਂ ਜੋ ਫਿਰ ਬਾਅਦ 'ਚ ਨਾ ਅਫਸੋਸ ਹੋਵੇ ਵੀ ਹਾਂ ਜਦੋਂ ਸੀ ਸਰੀਰ ਚੱਲਦਾ ਉਦੋਂ ਕੀਤਾ ਨਹੀਂ, ਫਿਰ ਬੁਢਾਪੇ 'ਚ ਭਾਈ ਹੁੰਦਾ ਨਹੀਂ ਹੈਗਾ। ਸੱਚੀ ਗੱਲ ਮੈਂ ਆਪ ਦੱਸਦਾ, ਜੀ ਬੜਾ ਕਰਦਾ ਭਜਨ ਬੰਦਗੀ ਕਰਨ ਨੂੰ, ਪਰ ਸਰੀਰ ਜੋ ਜਵਾਨੀ 'ਚ ਐਨਰਜੀ ਸੀ ਸਰੀਰ 'ਚ ਉਹ ਹੁਣ ਨਹੀਂ ਹੈਗੀ। ਜਿਉਂ ਮੈਂ 6-6 ਘੰਟੇ ਚੌਂਕੜੀ ਮਾਰ ਕੇ ਬੈਠੇ ਹੀ ਰਹਿੰਦਾ, ਸਿਮਰਨ ਹੀ ਕਰੀ ਜਾਣਾ। ਬਾਣੀ ਪਾ 6-6 ਘੰਟੇ ਬਾਣੀ ਪੜ੍ਹਦਾ ਰਹਿੰਦਾ ਸੀ। ਮਿਸ ਨੇ ਸੌਂ ਜਾਣਾ, ਮੈਂ ਕਿਤੇ 12 ਵੱਜ ਗਏ, ਕਿਤੇ 1 ਵੱਜ ਗਿਆ, ਕਿਤੇ 2 ਵੱਜ ਗਿਆ, ਲੱਗੇ ਰਹਿਣਾ ਜੀ, ਬੈਠੇ ਰਹਿਣਾ, ਥੱਕਦੇ ਨਹੀਂ ਸੀ ਸਰੀਰ। ਹੁਣ ਜਿਹੜਾ ਹੈ ਹੁਣ ਛੇਤੀ ਹੀ ਲੇਟ ਜਾਈਦਾ, ਕਦੇ ਢੋਲ ਲਾ ਲਏ, ਕਦੇ ਕੁਛ ਕਰ ਲਿਆ। ਜੀ ਕਰਦਾ ਵੱਧ ਤੋਂ ਵੱਧ ਭਜਨ ਬੰਦਗੀ ਕਰਨ ਨੂੰ। ਹੁਣ ਸਰੀਰ ਓਨਾ ਨਹੀਂ ਕੰਮ ਕਰਾ ਜਿੰਨਾ ਜਵਾਨੀ 'ਚ ਕਰਦਾ ਸੀ। ਇਸ ਲਈ ਅਜੇ ਵੀ ਵੇਲ ਹੈ, ਅਜੇ ਵੀ ਕਹਿੰਦੇ ਡੁੱਲੇ ਬੇਰਾਂ ਦਾ ਕੁਛ ਨਹੀਂ ਵੇਲੇ। ਅਜੇ ਵੀ ਜਿਹੜਾ ਸਾਡੇ ਬੁੱਢਿਆਂ ਜਿੰਨਾ ਕੁ ਟਾਈਮ ਹੈਗਾ 2-4 ਸਾਲ, ਅਜੇ ਕੋਸ਼ਿਸ਼ ਕਰਨੀ ਆਪਾਂ ਨੇ ਵੱਧ ਤੋਂ ਵੱਧ ਭਜਨ ਬੰਦਗੀ ਕਰਕੇ ਜੀਵਨ ਲੇਖੇ ਲਾਉਣ ਦੀ। ਸੋ ਗੁਰੂ ਮਹਾਰਾਜ ਕਹਿੰਦੇ ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ। ਜਦੋਂ ਮਨੁੱਖ ਪਰਮਾਤਮਾ ਦੀ ਸਿਫਤਾਂ ਕਰਦੇ ਨੇ, ਇਸ 'ਤੇ ਲਾਲ ਸੁਰਖ ਦੇ ਸਦਾ ਰਹਿਣ ਵਾਲਾ ਸੱਚਾ ਰੰਗ ਚੜ੍ਹਦਾ ਨਾਮ ਦਾ। ਸੱਚ ਮਿਲੇ ਸੰਤੋਖੀਆਂ ਹਰ ਜਪ ਏਕੈ ਪਾਏ। ਪਰਮਾਤਮਾ ਕਿਹਨਾਂ ਨੂੰ ਮਿਲਦਾ? ਜਿਹਨਾਂ ਦਾ ਸਬਰ ਸੰਤੋਖ ਹੈ। ਕਾਲੇ ਪੈਣ ਵਾਲਿਆਂ ਨੂੰ ਰੱਬ ਨਹੀਂ ਮਿਲਦਾ। ਕਾਲੇ ਪੈਣ ਵਾਲੇ ਬੰਦੇ ਵਿੱਚ ਹੀ ਯਤਨ ਛੱਡ ਦਿੰਦੇ ਨੇ ਵੀ ਨਹੀਂ ਗੱਲ ਨਹੀਂ ਬਣੀ ਹੈਗੀ। ਮੰਨ ਲਓ 50 ਮਿੰਟ ਤੱਕ ਇੱਕ ਵਿਰੋਧੀ ਪਾਰਟੀ ਨੇ ਗੋਲ ਕਰਤਾ ਹੈ, ਦੂਜੀ ਪਾਰਟੀ ਹੋ ਹੀ ਨਹੀਂ ਰਿਹਾ ਕਿ ਉਹ ਹੌਸਲਾ ਚੜ੍ਹ ਜਾਏ ਵੀ ਨਹੀਂ ਆਪਾਂ ਦੇ ਹਾਰ ਜਾਣਾ ਨਹੀਂ ਹੈ। ਨਹੀਂ, ਜਿਹੜੇ ਪਲੇਅਰ ਨੇ ਨਾ ਉਹ ਹੌਸਲਾ ਨਹੀਂ ਛੱਡਦੇ, ਐਂਡ ਤੱਕ ਖੇਡੀ ਜਾਂਦੇ ਨੇ। ਕੀ ਪਤਾ ਅਖੀਰਲੇ ਸੈਕਿੰਡ 'ਚ ਗੋਲ ਹੋ ਜਾਏ ਅਤੇ ਉਹ ਬਰਾਬਰ ਹੋ ਜਾਣਾ। ਇਸ ਲਈ ਲੱਗੇ ਰਹਿਣਾ। ਇਹ ਨਹੀਂ ਕਹਿਣਾ ਜਿਵੇਂ ਜੇ ਪਲੇਅਰ ਪਤਾ ਨਹੀਂ ਮੈਂ ਜਿੱਤਾਂਗਾ ਕਿ ਨਹੀਂ, ਫਿਰ ਨਹੀਂ ਜਿੱਤਦਾ। ਤੁਸੀਂ ਇਮਤਿਹਾਨ ਦੇਣ ਚੱਲਿਓ, ਪਤਾ ਨਹੀਂ ਮੈਂ ਪਾਸ ਹੋਵਾਂਗਾ ਕਿ ਨਹੀਂ। ਕਈ ਇਮਤਿਹਾਨ ਤੋਂ ਪਹਿਲੇ ਦਿਨ ਮੈਨੂੰ ਪੁੱਛਦੇ ਨੇ, ਬਾਬਾ ਜੀ ਕੱਲ੍ਹ ਨੂੰ ਮੇਰਾ ਟੈਸਟ ਦੱਸਿਓ। ਮੈਂ ਨਹੀਂ, ਅੱਜ ਨਹੀਂ ਦੱਸਦਾ। ਮੈਂ ਦੇਖੋ ਸਾਧੂ ਦੇ ਬਚਨ ਅਤੇ ਡਾਕਟਰ ਦੇ ਬਚਨ ਬਹੁਤ ਜ਼ਿਆਦਾ ਅਸਰ ਕਰਦੇ ਨੇ। ਡਾਕਟਰ ਕਿਤੇ ਮਰੀਜ਼ ਨੂੰ ਕਹਿ ਦੇ ਤੂੰ ਨਹੀਂ ਬਚਦਾ ਅਤੇ ਉਹਨੇ ਵਾਕਈ ਮਰ ਜਾਣਾ ਵੀ ਮੈਂ ਨਹੀਂ ਬਚਦਾ, ਡਾਕਟਰ ਨੇ ਕਹਿ ਦਿੱਤਾ।
ਹੁਣ ਮੈਂ ਕਹਿਦਾ ਤੁਹਾਨੂੰ ਤੂੰ ਨਹੀਂ ਪਾਸ ਹੁੰਦੀ ਜਾਂ ਤੂੰ ਨਹੀਂ ਪਾਸ ਹੁੰਦਾ, ਤੁਹਾਨੂੰ ਪੇਪਰ ਦੇਣ ਦਾ ਸਵਾਦ ਹੀ ਨਹੀਂ ਹੋਣਾ, ਤੁਸੀਂ ਫੇਲ ਹੋ ਜਾਣਾ। ਮੈਂ ਅੱਜ ਪੇਪਰ, ਕੱਲ੍ਹ ਨੂੰ ਪੇਪਰ ਦਿਓ, ਪਰਸੋਂ ਨੂੰ ਫਿਰ ਮੇਰੇ ਤੋਂ ਪੁੱਛਿਆ ਵੀ ਹਾਂ ਜੀ ਮੇਰਾ ਰਿਜ਼ਲਟ ਕਿਹੋ ਜਿਹਾ ਹੋਵੇਗਾ, ਕਿਹੋ ਜਿਹਾ ਨਹੀਂ ਹੋਵੇਗਾ, ਫਿਰ ਮੈਂ ਤੁਹਾਨੂੰ ਪੜ੍ਹ ਦੇ ਦਾਂਗਾ। ਇੱਕ ਦਿਨ ਪਹਿਲਾਂ ਨਹੀਂ ਪੁੱਛੀਦਾ ਹੁੰਦਾ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਅੰਦਰ ਸਬਰ ਸੰਤੋਖ ਹੈ ਨਾ, ਜਿਹੜੇ ਲੱਗੇ ਰਹਿੰਦੇ ਨੇ ਕਾਲੇ ਨਹੀਂ ਪੈਂਦੇ, ਉਹਨਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਹਰ ਜਿਪ ਇੱਕ ਹੈ ਪਾਏ, ਉਹ ਪਰਮਾਤਮਾ ਨੂੰ ਪਿਆਰ ਕਰਦੇ ਨੇ ਅਤੇ ਉਹਦਾ ਨਾਮ ਜਪਦੇ ਰਹਿੰਦੇ ਨੇ ਅਤੇ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ। ਭਾਈ ਰੇ ਸੰਤ ਜਨਾਂ ਕੀ ਰੇਣ, ਰੇਣ ਹੁੰਦੀ ਹੈ ਚਰਨ ਧੂੜ, ਹਿੰਦੀ ਦਾ ਸ਼ਬਦ ਹੈ ਰੇਣੂ, ਔਂਕੜੇ ਸੀ ਲਾਇਆ। ਹਾਲਾਂਕਿ ਰੇਣ ਇਸਤਰੀ ਲਿੰਗ ਹੈ, ਚਰਨ ਧੂੜ ਇਸਤਰੀ ਲਿੰਗ ਹੈ। ਰੇਣ ਉਹ ਇਸਤਰੀ ਲਿੰਗ ਹੋਣ ਕਰਕੇ ਅਣਾਣੇ ਨੂੰ ਔਂਕੜ ਨਹੀਂ ਸੀ ਚਾਹੀਦਾ, ਇਹ ਪੁਲਿੰਗ ਹੋ ਜਾਂਦਾ। ਪਰ ਨਹੀਂ, ਇਹ ਹਿੰਦੀ ਦਾ ਅਸਲੀ ਸ਼ਬਦ ਹੈ ਅਤੇ ਹਿੰਦੀ ਦੇ ਅਸਲੀ ਸ਼ਬਦ ਅਣਾਣੇ ਨੂੰ ਔਂਕੜ ਹੈ। ਉੱਥੇ ਇੰਨੇ ਸਿਰ ਨੰਨਾ ਵਰਤਿਆ ਜਾਂਦਾ, ਆਪਾਂ ਨਾ ਵਰਤਿਆ। ਹਿੰਦੀ ਰੇਣੂ, ਕਈ ਲੜਕੀ ਨੇ ਆਪਣਾ ਨਾਮ ਰੱਖਿਆ ਰੇਣੂ ਬਾਲਾ, ਕਈਆਂ ਨੇ ਆਪਣਾ ਨਾਮ ਰੱਖਿਆ ਰੇਣੂ ਬਾਲਾ। ਰੇਣ ਧੂੜ ਨੂੰ ਕਹਿੰਦੇ ਨੇ, ਮਿੱਟੀ ਨੂੰ ਕਹਿੰਦੇ, ਜਿਹੜੀ ਬਰੀਕ ਮਿੱਟੀ ਹੁੰਦੀ ਉਹਨੂੰ ਕਹਿੰਦੇ ਰੇਣੂ। ਆਪਾਂ ਕਹਿੰਦੇ ਚਰਨ ਧੂੜ। ਭਾਈ ਰੇ ਸੰਤ ਜਨਾਂ ਕੀ ਰੇਣੂ, ਹੇ ਭਾਈ ਤੂੰ ਸੰਤਾਂ ਦੀ ਚਰਨ ਧੂੜ ਬਣ ਜਾ। ਸੰਤ ਸਭਾ ਗੁਰ ਪਾਈਐ, ਜੇ ਤੂੰ ਸੰਤਾਂ ਦੀ ਸੰਗਤ ਜਾਏਗਾ ਤੈਨੂੰ ਗੁਰੂ ਦੀ ਪ੍ਰਾਪਤੀ ਹੋ ਜਾਏਗੀ। ਮੁਕਤ ਪਦਾਰਥ ਧੇਨ, ਹੁਣ ਧੇਨੂ, ਹਿੰਦੀ ਵਾਲੇ ਗਊ ਨੂੰ ਕੀ ਕਹਿੰਦੇ ਨੇ? ਧੇਨੂ। ਧਦੇ ਨੂੰ ਨਾ ਨੰਨੇ ਨੂੰ ਔਂਕੜ ਧੇਨੂ, ਇਸ ਲਈ ਨੰਨੇ ਨੂੰ ਔਂਕੜ ਲਾ ਰੱਖੇ ਧੇਨ। ਹਾਲਾਂਕਿ ਧੇਨ ਇਸਤਰੀ ਲਿੰਗ ਹੈ, ਗੁਰਬਾਣੀ ਦੇ ਨਿਯਮ ਅਨੁਸਾਰ ਇਸਤਰੀ ਲਿੰਗ ਦੇ ਹੇਠਾਂ ਔਂਕੜ ਨਹੀਂ ਲੱਗਦਾ, ਪਰ ਇਹ ਹਿੰਦੀ ਦਾ ਸ਼ਬਦ ਹੈ ਅਤੇ ਹਿੰਦੀ ਜਿਸ ਨੂੰ ਕਹਿੰਦੇ ਧੇਨੂ, ਇਸ ਲਈ ਅਣਾਣੇ ਨੂੰ ਔਂਕੜ ਲਾਇਆ। ਸਪੈਲਿੰਗ ਹਿੰਦੀ ਵਾਲੇ ਹੀ ਰੱਖੇ ਨੇ, ਪਰ ਆਪਾਂ ਹੁਣ ਉਸ ਨੂੰ ਗੁਰਬਾਣੀ ਅਨੁਸਾਰ ਉਹਦਾ ਉਚਾਰਨ ਕਰਦੇ ਹਾਂ। ਗਊ ਨੂੰ ਕਹਿੰਦੇ, ਕਿਹੜੀ ਗਊ? ਕਾਮਤੇਨ ਗਊ। ਗੁਰੂ ਕਾਮਤੇਨ ਗਊ ਹੈ। ਉਹ ਕੀ ਦਿੰਦਾ ਸਾਨੂੰ? ਮੁਕਤ ਪਦਾਰਥ, ਉਹ ਸਾਨੂੰ ਮੁਕਤੀ ਦਿੰਦਾ ਹੈ। ਗੁਰੂ ਕਾਮਤੇਨ ਗਊ ਹੈ। ਕਾਮਤੇਨ ਗਊ ਤੋਂ ਜੋ ਮੰਗੇ ਉਹੀ ਮਿਲਦਾ ਹੈ, ਅਤੇ ਗੁਰੂ ਵੀ ਸਿੱਖ ਲਈ ਕਾਮਤੇਨ ਗਊ ਹੈ। ਸਿੱਖ ਉਸ ਤੋਂ ਮੁਕਤੀ ਮੰਗਦਾ ਅਤੇ ਗੁਰੂ ਮਹਾਰਾਜ ਉਸ ਨੂੰ ਮੁਕਤੀ ਦਿੰਦੇ ਹਨ। ਉੱਚੋ ਥਾਨ ਸੁਹਾਵਨਾ, ਉੱਪਰ ਮਹਿਲ ਮੁਰਾਰ, ਸੱਚ ਕਰਨੀ ਦੇ ਪਾਈਐ, ਸੱਚ ਕਰਨੀ ਦੇ ਪਾਈਐ, ਦਰ ਕਰ ਮਹਿਲ ਪਿਆਰ, ਗੁਰਮੁਖ ਮਨ ਸਮਝਾਈਐ, ਆਤਮ ਰਾਮ ਵਿਚਾਰ। ਉੱਚੋ ਥਾਨ ਸੁਹਾਵਨਾ, ਪਰਮਾਤਮਾ ਜਿੱਥੇ ਰਹਿੰਦੇ ਨਾ ਉਹਦਾ ਥਾਂ ਬਹੁਤ ਉੱਚਾ। ਉੱਪਰ ਮਹਿਲ ਮੁਰਾਰ, ਉਸ ਉੱਚੇ ਥਾਂ 'ਤੇ ਪਰਮਾਤਮਾ ਮੁਰਾਰ, ਮੁਰਾਰੀ, ਹਿੰਦੀ ਕੀ ਕਹਿੰਦੇ ਨੇ? ਮੁਰਾਰੀ। ਇਸ ਲਈ ਰਾਰੇ ਨੂੰ ਸਿਹਾਰੀ ਲਾ ਰੱਖੇ, ਸਪੈਲਿੰਗ ਹਿੰਦੀ ਵਾਲੇ ਰੱਖੇ ਹੋਏ ਨੇ। ਹਿੰਦੀ 'ਚ ਮੁਰਾਰ ਨਹੀਂ ਹੁੰਦਾ, ਹਿੰਦੀ ਕਹਿੰਦੇ ਮੁਰਾਰੀ। ਸਪੈਲਿੰਗ ਇਸ ਲਈ ਉਹੀ ਹਿੰਦੀ ਵਾਲੇ ਰੱਖੇ ਹੋਏ ਨੇ, ਪਰ ਪੰਜਾਬੀ ਗੁਰਬਾਣੀ ਦੇ ਨਿਯਮ ਅਨੁਸਾਰ ਆਪਾਂ ਨੂੰ ਪੜ੍ਹਨਾ ਮੁਰਾਰ। ਪਰਮਾਤਮਾ ਦਾ ਮਹਿਲ ਉਸ ਉੱਚੀ ਥਾਂ 'ਤੇ ਹੈ। ਸੱਚ ਕਰਨੀ ਦੇ ਪਾਈਏ, ਹੁਣ ਉਹ ਤਾਂ ਮਿਲੇਗਾ ਕਿਵੇਂ? ਉਹ ਪ੍ਰਾਪਤੀ ਕਿਵੇਂ ਕਰੀ? ਸੱਚ ਕਰਨੀ, ਨਾਮ ਦੀ ਕਰਨੀ, ਭਾਵ ਨਾਮ ਜਪਣਾ, ਨਾਮ ਦੀ ਕਮਾਈ ਕਰਨੀ। ਨਾਮ ਦੀ ਕਮਾਈ ਕਰਕੇ ਹੀ ਘਰ ਦਰ ਮਹਿਲ ਪਿਆਰ, ਪਿਆਰ ਸਹਿਤ ਨਾਮ ਦੀ ਕਮਾਈ ਕਰੀ ਜੋ, ਤਨ ਪਰਮਾਤਮਾ ਦਾ ਘਰ, ਪਰਮਾਤਮਾ ਦਾ ਦਰ, ਪਰਮਾਤਮਾ ਦਾ ਮਹਿਲ ਪ੍ਰਾਪਤ ਹੋ ਜਾਵੇਗਾ। ਗੁਰਮੁਖ ਮਨ ਸਮਝਾਈਐ, ਆਤਮ ਰਾਮ ਵਿਚਾਰ। ਗੁਰੂ ਦੇ ਰਾਹੀਂ ਮਨ ਨੂੰ ਸਮਝਾਉਣਾ। ਮਨ ਕਿਵੇਂ ਸਮਝੇਗਾ? ਆਤਮ ਰਾਮ ਵਿਚਾਰ। ਆਤਮ ਰਾਮ ਹੁੰਦਾ ਪਰਮਾਤਮਾ, ਰਾਮ ਹੁੰਦਾ ਰਮਿਆ ਹੋਇਆ। ਉਹ ਆਤਮਾ ਜਿਹੜੀ ਸਾਰਿਆਂ ਦੇ ਵਿੱਚ ਵਸਦੀ, ਉਹਨੂੰ ਕਹਿੰਦੇ ਆਤਮ ਰਾਮ, ਪਾ ਪਰਮਾਤਮਾ। ਵਿਚਾਰ ਹੁੰਦਾ ਉਹਦੇ ਨਾਮ ਜਪਣਾ। ਗੁਰੂ ਰਾਹੀਂ ਮਨ ਨੂੰ ਪਰਮਾਤਮਾ ਦਾ ਨਾਮ ਜਪ ਜਪ ਕੇ ਸਮਝਾਉਣਾ ਹੈ, ਕਿਉਂਕਿ ਉਂਝ ਨਹੀਂ ਮਨ ਸਮਝਦਾ। ਮਨ ਪਰਮਾਤਮਾ ਦੇ ਨਾਮ ਨਾਲ ਹੀ ਕਾਬੂ ਆਉਂਦਾ ਹੈ। ਨਾਮ ਜਪੀ ਜਾਣਾ, ਜਪੀ ਜਾਣਾ, ਜਪੀ ਜਾਣਾ, ਜਪੀ ਜਾਣਾ, ਇੱਕ ਸਮਾਂ ਆਏਗਾ ਮਨ ਸਾਡੇ ਵੱਸ 'ਚ ਆ ਜਾਏਗਾ। ਜਿਉਂ ਹੀ ਮਨ 'ਚ ਵੱਸ 'ਚ ਆਉਂਦਾ, ਫਿਰ ਪਰਮਾਤਮਾ ਆਪਣੇ ਆਪ ਹੀ ਮਿਲ ਜਾਂਦਾ। ਬਾਕੀ ਵਿਚਾਰਾਂ ਕੱਲ੍ਹ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।